पग पंकज बंदन, पग पंकज बंदन। सिमरो अंगद दोख निकंदन। अमरदास गुर हृदय त्यागो, हृदय त्यागो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह विसाला, तरों तरा पर पुन पुन सीसा, पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। सतगुर मम बेरी कटहो, निज बेरी परचार। एह बेरी होए भव सफल, बिन बेरी कर पार। एकंकारा सतगुरु तेह प्रसाद सच होए। वाहेगुरु जी की फतेह। बिघ्न विनाशन सोए। सतनाम श्री वाहिगुरु साहिब जीओ। दोहरा सगरे सुनत प्रसंग को, दिज मूर्ख चहों ओर। बोले श्री अर्जन गुरु, कीन जो तैं आघ घोर।
ਸਗਰੇ ਸੁਨਤ ਪ੍ਰਸੰਗ ਕੋ ਦਿਜ ਮੂਰਖ ਚਾਹੂ ਔਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਹਾਜ਼ਰਾ ਹਜੂਰ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਰਸਨਾਬੰਦੀ ਨਾ ਰਹੇ, ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਸਮਾਂ ਆਪਾਂ ਮਹਾਰਾਜ ਜੀ ਦਾ ਜਸ, ਗੁਰੂ ਜੀ ਦੀ ਸੋਭਾ ਵਡਿਆਈ ਸਰਵਣ ਕਰਨੀ ਹੈ। ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੀਸ ਝੁਕਾਓ, ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਚ ਦਾ ਨਿਤਾਰਾ ਹੋਇਆ ਜੀ। ਉਹ ਕਥਾ ਆਪ ਜੀ ਨੇ ਸਰਵਣ ਕੀਤੀ। ਬ੍ਰਾਹਮਣ ਗੁਰੂ ਜੀ ਦੇ ਬਚਨ ਦੇ ਨਾਲ ਮਰ ਗਿਆ ਸੀਗਾ ਜੀ, ਉਸੇ ਵੇਲੇ ਹੀ ਮਰ ਗਿਆ ਸੀਗਾ ਜੀ। ਮਾਤਾ ਗੰਗਾ ਜੀ ਨੇ ਗੁਰੂ ਸਾਹਿਬ ਜੀ ਨੂੰ ਬਾਰ-ਬਾਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਇਹਨੂੰ ਜੀਂਦੇ ਕਰੋ। ਇਹ ਆਪਣੇ ਮੁਖੋਂ ਬੋਲ ਕੇ ਦੱਸੇ ਵੀ ਹਰਗੋਬਿੰਦ ਜੀ ਨੂੰ ਜ਼ਹਿਰ ਦੇਣ ਵਾਸਤੇ ਇਹਨੂੰ ਕਿਹਨੇ ਕਿਹਾ ਸੀਗਾ ਜੀ। ਸੰਗਤ ਜੀ, ਮਾਤਾ ਜੀ ਨੇ ਬਾਰ-ਬਾਰ ਗੁਰੂ ਸਾਹਿਬ ਨੂੰ ਬੇਨਤੀਆਂ ਕੀਤੀਆਂ ਜੀ, ਬਾਰ-ਬਾਰ ਬੇਨਤੀਆਂ ਕੀਤੀਆਂ ਜੀ। ਤੇ ਉਹ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਹੱਥ ਵਿੱਚ ਜਲ ਲੈ ਕੇ ਸਤਿਨਾਮ ਵਾਹਿਗੁਰੂ ਕਹਿ ਕੇ ਉਸ ਬ੍ਰਾਹਮਣ ਦੇ ਉੱਤੇ ਪਾਣੀ ਦਾ ਛਿੱਟਾ ਮਾਰਿਆ। ਮਰਿਆ ਹੋਇਆ ਬ੍ਰਾਹਮਣ ਇੰਝ ਉੱਠ ਕੇ ਬੈਠ ਗਿਆ ਜਿਵੇਂ ਸੁੱਤਾ ਹੋਇਆ ਵਿਅਕਤੀ ਉੱਠ ਕੇ ਬੈਠਦਾ ਹੈ ਜੀ। ਸਤਿਗੁਰ ਮੇਰਾ ਮਾਰ ਜੀਵਾਲੇ। ਗੁਰੂ ਸਾਹਿਬ ਵਿੱਚ ਤਾਕਤ ਹੈ। ਮਹਾਰਾਜ ਮਾਰ ਵੀ ਸਕਦੇ ਆ ਤੇ ਜਿਉਂਦੇ ਵੀ ਕਰ ਸਕਦੇ ਆ। ਭਾਜੀ ਨੂੰ ਪੁੱਛੋ ਸਾਹਮਣੇ ਨਾਲ ਛੇੜਛਾੜ ਨਹੀਂ ਕੀਤੀ ਸੀ, ਇਹਦੇ ਨਾਲ ਛੇੜਖਾਨੀ ਨਹੀਂ ਕੀਤੀ ਸੀ। ਵਿਸਲਾਂ ਬਹੁਤ ਮਾਰਦੇ ਆ। ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਉੱਠ ਕੇ ਬੈਠ ਗਿਆ ਜੀ। ਬਹੁਤ ਜ਼ਿਆਦਾ ਉਹਨੂੰ ਆਪਣਾ ਕੀਤੇ ਤੇ ਦੁੱਖ ਲੱਗਾ ਜੀ। ਨੀਵੀਆਂ ਅੱਖਾਂ ਕਰ ਲਈਆਂ। ਗੁਰੂ ਸਾਹਿਬ ਉਹਨੂੰ ਕਹਿੰਦੇ ਹੁਣ ਸੱਚ ਸੱਚ ਦੱਸ ਕਿ ਤੈਨੂੰ ਕਿਹਨੇ ਮਜਬੂਰ ਕੀਤਾ ਸੀ ਇਹ ਕੁਝ ਕਰਨ ਵਾਸਤੇ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਸਾਰੀ ਗੱਲ ਬੋਲ ਕੇ ਦੱਸੀ ਜੀ। ਮਹਾਰਾਜ ਮੈਂ ਲਾਲਚ ਵਿੱਚ ਆ ਗਿਆ ਸਾਂ। ਲਾਲਚ ਵਿੱਚ ਆਏ ਹੋਏ ਬੰਦੇ ਤੇ ਕੋਈ ਇਤਬਾਰ ਨਹੀਂ ਹੈਗਾ ਜੀ। ਮਹਾਰਾਜ ਬਾਣੀ 'ਚ ਕਹਿੰਦੇ ਆ ਨਾ, ਲੋਭੀ ਕਾ ਵਿਸਾਹੋ ਨਾ ਕੀਜੈ। ਲੋਭੀ ਬੰਦੇ ਦਾ ਭਰੋਸਾ ਹੀ ਕੋਈ ਨਾ ਕਰੋ। ਲੋਭੀ ਦਾ ਪਤਾ ਹੀ ਨਹੀਂ, ਜਿੱਧਰੋਂ ਮਾਇਆ ਜ਼ਿਆਦਾ ਮਿਲ ਗਈ ਉਹਨੇ ਉਸੇ ਪਾਸੇ ਹੋ ਜਾਣਾ ਜੀ। ਲਾਲਚੀ ਬੰਦੇ ਦਾ ਕੋਈ ਭਰੋਸਾ ਥੋੜ੍ਹੀ ਹੈਗਾ ਜੀ। ਲਾਲਚੀ ਬੰਦੇ ਨੇ ਕਿਹੜੇ ਵੇਲੇ ਕਿਸ ਪਾਸੇ ਨੂੰ ਹੋ ਜਾਣਾ ਜੀ। ਹਜੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਉਹਨੇ ਸਾਰੀ ਗੱਲ ਬੋਲ ਕੇ ਦੱਸੀ ਹੈ। ਮਹਾਰਾਜ ਮੈਨੂੰ ਬਾਬੇ ਪ੍ਰਿਥੀਏ ਨੇ ਮਾਇਆ ਦਿੱਤੀ, 500 ਚਾਂਦੀ ਦੀ ਮੋਹਰ, ਤੇ ਸੱਚੇ ਪਾਤਸ਼ਾਹ ਮੈਂ ਲੋਭ ਵਿੱਚ ਆ ਕੇ ਇਹ ਕੰਮ ਕੀਤਾ ਜੀ। ਕਹਿੰਦਾ ਮਹਾਰਾਜ ਮੈਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਬਖਸ਼ਣ ਵਾਲੇ ਅਸੀਂ ਕੌਣ ਹੁੰਦੇ ਆ? ਜਿਨ੍ਹਾਂ ਨੂੰ ਜ਼ਹਿਰ ਦਿੱਤਾ ਉਹਨਾਂ ਨੂੰ ਕੋਲੋਂ ਮਾਫੀ ਮੰਗ ਕਹਿਣ ਲੱਗੇ। ਜਿਨ੍ਹਾਂ ਦਾ ਮੁੱਲ ਤੂੰ 500 ਰੁਪਈਏ ਲਾਇਆ
ਉਹਨਾਂ ਕੋਲੋਂ ਮਾਫੀ ਮੰਗ। ਕਹਿਣ ਲੱਗਾ ਮਹਾਰਾਜ ਮੈਂ ਸਮਝਿਆ ਨਹੀਂ। ਮਹਾਰਾਜ ਕਹਿੰਦੇ ਗੰਗਾ ਜੀ ਦੀ ਗੋਦ 'ਚ ਬੈਠੇ ਹਰਗੋਬਿੰਦ ਜੀ, ਉਹਨਾਂ ਅੱਗੇ ਹੱਥ ਜੋੜ ਕੇ ਮਾਫੀ ਮੰਗ। ਖਿਡਾਵੇ ਨੇ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗੀ ਜੀ, ਤੇ ਮਹਾਰਾਜ ਗੋਦ 'ਚ ਬੈਠੇ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਮਾਫ ਕਰ ਦਿੱਤਾ ਜੀ। ਕੱਲ ਵੀ ਬੇਨਤੀ ਕੀਤੀ, ਗੁਰੂ ਦੀ ਅਦਾਲਤ ਸੱਚੀ ਹੈ ਜੀ। ਇੱਥੇ ਬੰਦਾ ਆਖੇ ਮੇਰੇ ਕੋਲੋਂ ਭੁੱਲ ਹੋ ਗਈ ਹੈ, ਮਹਾਰਾਜ ਉਹਨੂੰ ਬਖਸ਼ ਲੈਂਦੇ ਆ। ਬਾਹਰ ਦੀ ਅਦਾਲਤ ਵਿੱਚ ਐਸਾ ਨਹੀਂ ਹੁੰਦਾ ਜੀ। ਅਪਰਾਧ ਕੀਤਾ ਭਾਵੇਂ ਬੰਦਾ ਕਬੂਲ ਕਰੇ ਜਾਂ ਨਾ ਕਰੇ, ਸਜ਼ਾ ਮਿਲੇਗੀ ਜੀ ਉਹਨੂੰ ਜੀ। ਗੁਰੂ ਦੀ ਅਦਾਲਤ ਬੜੀ ਵੱਡੀ ਹੈ। ਇੱਧਰ ਪਲਾਹ ਸਾਹਿਬ ਤੋਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਹੈਗਾ ਜੀ, ਉਹਦਾ ਨਾਮ ਹੀ ਗੁਰਦੁਆਰਾ ਸੱਚੀ ਅਦਾਲਤ ਸਾਹਿਬ ਹੈਗਾ ਜੀ। 6ਵੇਂ ਪਾਤਸ਼ਾਹ ਦਾ ਹੀ ਹੈ ਜੀ ਗੁਰਦੁਆਰਾ। ਸਤਿਗੁਰੂ ਜੀ ਦਾ ਦਰ ਬੜਾ ਵੱਡਾ ਸੰਗਤ ਜੀ। ਮਹਾਰਾਜ ਕਹਿੰਦੇ ਜਾ ਤੈਨੂੰ ਮਾਫ ਕੀਤਾ, ਪਰ ਅੱਗੋਂ ਹੁਣ ਜੋ ਹੋਇਆ ਉਹ ਆਪਾਂ ਕਥਾ ਸਰਵਣ ਕਰਨੀ ਹੈ। ਬਾਬੇ ਪ੍ਰਿਥੀਏ ਨੇ ਬੜੇ ਕਠੋਰ ਬੋਲ ਬੋਲਣੇ ਸੰਗਤ ਜੀ, ਚੇਤਾ ਰੱਖਿਓ। ਉਹਨਾਂ ਬੋਲਾਂ ਨੂੰ ਆਪਣੇ ਹਿਰਦੇ 'ਚ ਜਗ੍ਹਾ ਨਹੀਂ ਦੇਣੀ ਅਸੀਂ ਜੀ। ਅਸੀਂ ਗੁਰੂ ਜੀ ਦੇ ਸਿੱਖ ਹਾਂ। ਸ਼ਰਧਾ ਵਾਲੇ ਬੋਲ ਜਿਹੜੇ ਆ ਇਹ ਸਾਡੇ ਹਿਰਦੇ 'ਚ ਵਸਣੇ ਚਾਹੀਦੇ ਆ। ਠੀਕ ਹੈ, ਇਤਿਹਾਸ ਹੈ, ਸੁਣਾਉਣਾ ਪੈਂਦਾ ਹੈ, ਪਰ ਸੰਗਤ ਜੀ ਚੇਤਾ ਰੱਖਿਓ ਸਾਡਾ ਮੁੱਖ ਮਕਸਦ ਗੁਰੂ ਜੀ ਦੀ ਵਡਿਆਈ ਕਰਨਾ ਹੈਗਾ ਜੀ। ਇਹੋ ਜਿਹੇ ਸਮੇਂ ਵਿੱਚ ਵੀ ਗੁਰੂ ਜੀ ਜਿੰਨੇ ਸ਼ਾਂਤ ਰਹਿੰਦੇ ਆ, ਕੋਈ ਬੰਦਾ ਨਹੀਂ ਰਹਿ ਸਕਦਾ ਜੀ। ਚੇਤਾ ਰੱਖਿਓ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ 5 ਚੀਜ਼ਾਂ ਨੇ ਬੰਦੇ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਤੇ ਬੜੀ ਪਕੜ ਵਿੱਚ ਕੀਤਾ ਹੋਇਆ ਹੈ ਜੀ। ਬੰਦਾ ਕਵੇ ਨਾ ਇਹ ਮੇਰੇ ਵੱਸ ਵਿੱਚ ਹੈਗੇ ਆ, ਉਹਦੀ ਭੁੱਲ ਹੈਗੀ ਆ ਜੀ। ਭਗਤ ਪ੍ਰਹਿਲਾਦ ਜੀ ਨੂੰ ਉਹਨਾਂ ਦਾ ਪਿਤਾ ਹਰਨਾਕਸ਼ ਕਹਿਣ ਲੱਗਾ 5 ਮੇਰੇ ਵੱਸ ਵਿੱਚ ਨੇ। ਪ੍ਰਹਿਲਾਦ ਜੀ ਕਹਿੰਦੇ ਪਿਤਾ ਜੀ ਤੁਹਾਡੇ ਵੱਸ ਵਿੱਚ ਨਹੀਂ ਹੈਗੇ, ਤੁਸੀਂ ਉਹਨਾਂ ਦੇ ਵੱਸ ਵਿੱਚ ਹੈਗੇ ਹੋ। ਕਹਿਣ ਲੱਗੇ ਜੀਵ ਇਹਨਾਂ ਦੇ ਵੱਸ ਵਿੱਚ ਹੈਗਾ ਜੀ। ਕੇਵਲ ਜੇ ਇਹਨਾਂ ਤੋਂ ਰਹਿਤ ਹੈ ਕੋਈ, ਉਹ ਸਤਿਗੁਰੂ ਜੀ ਨੇ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਇਹਨਾਂ ਤੋਂ ਰਹਿਤ ਹੈ ਉਹ ਸਤਿਗੁਰੂ ਜੀ ਹੈ ਜੀ। ਬਾਕੀ ਬੰਦਾ ਕੋਈ ਵੀ ਕਵੇ ਉਹ ਰਹਿਤ ਨਹੀਂ ਹੋ ਸਕਦਾ ਜੀ। ਜਾਂ ਫਿਰ ਗੁਰੂ ਸਾਹਿਬ ਜਿਹਦੇ ਤੇ ਮਿਹਰ ਭਰਿਆ ਹੱਥ ਰੱਖ ਦੇਣ ਉਹ ਰਹਿਤ ਹੋ ਸਕਦਾ ਹੈ ਜੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਕੋਈ ਰਸਨਾਬਾਜ਼ੀ ਨਾ ਰਹੇ, ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਗਰੇ ਸੁਨਤ ਪ੍ਰਸੰਗ ਕੋ, ਦਿਜ ਮੂਰਖ ਚਾਹੂੰ ਔਰ। ਚਾਰੇ ਪਾਸੇ ਸੰਗਤਾਂ ਖਲੋਤੀਆਂ, ਸਾਰੇ ਸੁਣ ਕੇ ਹੈਰਾਨ ਹੋ ਗਏ ਵੀ ਬਾਬਾ ਪ੍ਰਿਥੀਆ ਜੀ ਨੇ ਇੰਨਾ ਵੱਡਾ ਕੰਮ ਕਰਾ ਦਿੱਤਾ ਜੀ। ਈਰਖਾ ਵਸ ਹੋ ਕੇ ਜੀ। ਹਾਂਜੀ। ਬੋਲੇ ਸ਼੍ਰੀ ਅਰਜਨ ਗੁਰੂ, ਕੀਨ ਜੋ ਤੈ ਅਘ ਘੋਰ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ ਜੀ। ਫਿਰ ਮਹਾਰਾਜ ਕਹਿਣ ਲੱਗੇ ਤੂੰ ਜਿਹੜਾ ਪਾਪ ਕੀਤਾ, ਮਹਾਰਾਜ ਕਹਿਣ ਲੱਗੇ ਜਿਹੜਾ ਇਹ ਪਾਪ ਕੀਤਾ ਹੈ ਬੜਾ ਭਿਆਨਕ ਪਾਪ ਕੀਤਾ ਹੈ। ਵੇਖੋ ਜੀ ਬੱਚਾ ਤਾਂ ਕਿਸੇ ਦਾ ਵੀ ਹੋਵੇ ਉਹਨੂੰ ਮਾਰਨਾ ਨਹੀਂ ਚਾਹੀਦਾ ਜੀ। ਸੰਤਾਨ ਤੇ ਕਿਸੇ ਦੀ ਵੀ ਹੋਵੇ ਉਹਨੂੰ ਮਾਰਨਾ ਨਹੀਂ ਚਾਹੀਦਾ ਜੀ। ਹਾਂਜੀ। ਸਵਈਆ ਸੋ ਪ੍ਰਿਥੀਏ ਮੁਖ ਪਹਿ ਕਹਿ, ਤਿਹ ਦੇਹੋ ਮਨਾਏ ਪਨੀ ਜਿਮ ਬਾਣੀ। ਪਰ ਫਿਰ ਵੀ ਅਸੀਂ ਤਾਂ ਮੰਨਾਂਗੇ ਜੇ ਤੂੰ ਸਾਡੇ ਵੱਡੇ ਭਰਾ ਦੇ ਮੂੰਹ ਤੇ ਇਹ ਗੱਲ ਕਹੇਂਗਾ। ਕਹਿਣ ਲੱਗੇ ਜਿੰਨਾ ਚਿਰ ਤੂੰ ਉਹਦੇ ਮੁਖ ਤੇ ਨਹੀਂ ਕਹਿ ਲੈਂਦਾ ਉਹਨਾਂ ਚਿਰ ਤੱਕ ਅਸੀਂ ਤੇਰੀ ਗੱਲ ਸੱਚ ਨਹੀਂ ਮੰਨ ਸਕਦੇ। ਕਹਿਣ ਲੱਗੇ ਹੁਣ ਵੇਖੋ ਨਾ ਜੀ ਬਹੁਤ ਸਾਰੇ ਬੰਦੇ
ਅੱਜ ਕੱਲ੍ਹ ਦੀ ਲੜਾਈ ਪਤਾ ਕਾਹਦੀ ਹੈ ਜੀ? ਅੱਜ ਕੱਲ੍ਹ ਦੀ ਲੜਾਈ ਹੈਗੀ ਸਟੇਟਸਾਂ ਦੀ ਜੀ। ਤੁਸੀਂ ਵੇਖ ਲਓ ਜੀ, ਸਭ ਨੇ ਜੋ ਉਹਦੇ ਮਨ 'ਚ ਚੱਲਦਾ ਸਟੇਟਸ ਪਾਇਆ ਹੁੰਦਾ ਜੀ ਉਹਨਾਂ ਨੇ ਜੀ। ਫੇਸਬੁੱਕ 'ਤੇ ਉਹੋ ਜਿਹੀਆਂ ਭੇਜਣਗੇ ਜੀ। ਮੈਨੂੰ ਗੁਰਮੁਖਾਂ ਨੇ ਦੱਸਿਆ ਜੀ, ਕਹਿਣ ਲੱਗੇ 2 ਬੰਦੇ ਜੀ ਸਾਡੇ ਕੋਲ ਆਉਂਦੇ, ਕਹਿਣ ਲੱਗੇ ਇੱਕ ਨੇ ਸਟੇਟਸ ਪਾ ਦਿੱਤਾ ਵੀ ਯਾਰ ਉਹ ਹੁੰਦਾ ਜਿਹੜਾ ਮੁਸ਼ਕਿਲ ਵੇਲੇ ਕੰਮ ਆਵੇ, ਤੇ ਦੂਜਾ ਲੜ ਕੇ ਬਹਿ ਗਿਆ ਵੀ ਤੂੰ ਮੈਨੂੰ ਲਾ ਕੇ ਸਟੇਟਸ ਪਾਇਆ ਹੈ। ਹਾਂਜੀ, ਅੱਜ ਕੱਲ੍ਹ ਇੱਦਾਂ ਹੀ ਹੈ ਨਾ ਜੀ, ਸਟੇਟਸਾਂ ਦੀ ਲੜਾਈ ਹੈਗੀ ਜੀ। ਮਹਾਰਾਜ ਕਹਿੰਦੇ ਮੂੰਹ ਤੇ ਗੱਲ ਕਰੀ, ਉਹਦੇ ਸਾਹਮਣੇ ਗੱਲ ਕਰੀ, ਕਹਿਣ ਲੱਗੇ। ਹਾਂਜੀ, ਪੰਚ ਸੇ ਦੈਨ ਕਹੈ ਤੁਝ ਕੋ, ਜਿਮ ਕੀ ਤੇ ਬਿਖ ਕੀ ਜਿਮ ਤਾਹੀ ਨੇ ਸੀਖ ਸਿਖਾਨੀ। ਮਹਾਰਾਜ ਕਹਿੰਦੇ ਤੂੰ ਉਹਦੇ ਸਾਹਮਣੇ ਮੰਨੇਗਾ ਵੀ ਤੈਨੂੰ ਉਹਨੇ 500 ਰੁਪਈਆ ਚਾਂਦੀ ਦਾ ਦਿੱਤਾ ਸੀਗਾ, ਤੈਨੂੰ ਉਹਨੇ ਜ਼ਹਿਰ ਦੇਣ ਵਾਸਤੇ ਆਖਿਆ ਸੀਗਾ, ਉਹਦੇ ਸਾਹਮਣੇ ਬੋਲੇਗਾ, ਕਹਿਣ ਲੱਗੇ। ਹਾਂਜੀ, ਪਾਪ ਮਤੀ ਜਿਸ ਨੇ ਨਿਤ ਹੈ ਚਿਤ, ਈਰਖਾ ਆਗ ਮੇ ਦਾਹੇ ਮਹਾਨੀ। ਪਾਪ ਮਤੀ ਜਿਸ ਕੇ ਨਿਤ ਹੈ ਚਿਤ, ਜਿਹਦੇ ਹਿਰਦੇ 'ਚ ਸਦਾ ਹੀ ਪਾਪ ਚੱਲਦਾ ਹੈ, ਜਿਹਦੇ ਮਨ ਵਿੱਚ ਸਦਾ ਹੀ ਸਾਡੇ ਪ੍ਰਥਾਏ ਈਰਖਾ ਹੀ ਚੱਲਦੀ ਰਹਿੰਦੀ ਹੈ, ਉਹਦੇ ਸਾਹਮਣੇ ਬੋਲੇਗਾ, ਮਹਾਰਾਜ ਕਹਿਣ ਲੱਗੇ। ਹਾਂਜੀ, ਸੰਕਟ ਘੋਰ ਕਨੋ ਹੋਏ ਦੇਖਤ, ਕੀਰਤ ਕੋ ਸੁਨ ਕੈ ਸੁਖ ਹਾਨੀ। ਮਹਾਰਾਜ ਕਹਿਣ ਲੱਗੇ ਈਰਖਾਲੂ ਬੰਦੇ ਦਾ ਸੁਭਾਅ ਹੁੰਦਾ, ਜਦੋਂ ਦੂਜੇ ਦੀ ਕੀਰਤੀ ਸੁਣਦਾ ਉਹਦਾ ਮਨ ਦੁਖੀ ਹੁੰਦਾ ਹੈ ਜੀ। ਤੇ ਵੇਖ ਲਿਓ, ਬੰਦਾ ਵੇਖ ਲੈ ਵੀ ਆਪੇ ਆਪਣੇ ਅੰਦਰ ਪੈਰੋਮੀਟਰ ਲਾਵੇ ਵੀ ਮੇਰੇ ਪ੍ਰਤੀ ਵਾਹਿਗੁਰੂ, ਮੇਰੇ ਮਨ 'ਚ ਉਹਦੇ ਪ੍ਰਤੀ ਈਰਖਾ ਹੈਗੀ ਕਿ ਨਹੀਂ ਹੈਗੀ ਜੀ। ਜਦੋਂ ਉਹਦਾ ਜਸ ਸੁਣਦਾ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਨੂੰ ਜਲਨ ਹੁੰਦੀ ਹੈ, ਇੱਥੋਂ ਪਤਾ ਲੱਗ ਜਾਂਦਾ ਜੀ। ਮਹਾਰਾਜ ਕਹਿੰਦੇ ਉਹਦੇ ਮਨ 'ਚ ਸਾਡੇ ਪ੍ਰਤੀ ਜਲਨ ਹੀ ਹੁੰਦੀ ਰਹਿੰਦੀ ਹੈ, ਜਲਨ ਹੀ ਹੁੰਦੀ ਰਹਿੰਦੀ, ਸਾਨੂੰ ਪਤਾ। ਮਹਾਰਾਜ ਕਹਿਣ ਲੱਗੇ। ਹਾਂਜੀ, ਬਿਪਰ ਕਹਿਓ ਸੁਨ ਸ਼੍ਰੀ ਗੁਰ ਪੂਰਨ, ਜਿਉ ਜਿਸ ਨੇ ਮੁਝ ਕੋ ਸਮਝਾਈ। ਬਿਪਰ ਕਹਿਓ ਸੁਨ ਕੈ ਗੁਰ ਪੂਰਨ, ਜਿਉ ਤਿਸਨੇ ਮੁਝ ਕੋ ਸਮਝਾਈ। ਉਹ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਹੇ ਗੁਰੂ ਅਰਜਨ ਸਾਹਿਬ, ਤੁਸੀਂ ਮਹਾਰਾਜ ਪੂਰਨ ਹੋ, ਪੂਰੇ ਗੁਰੂ ਹੋ ਮਹਾਰਾਜ ਤੁਸੀਂ। ਮਹਾਰਾਜ ਜਿਵੇਂ ਉਹਨੇ ਮੈਨੂੰ ਸਾਰੀ ਗੱਲ ਕਹੀ। ਹਾਂਜੀ, ਤਿਉ ਤਿਸ ਆਨਨ ਪੈ ਉਚਰੋ, ਮਮ ਨਾਸ਼ ਕੀਓ ਅਸ ਸੀਖ ਸਿਖਾਈ। ਉਵੇਂ ਹੀ ਮਹਾਰਾਜ ਮੈਂ ਉਹਦੇ ਮੁਖ ਤੇ ਕਹਿਣ ਨੂੰ ਤਿਆਰ ਹੈਗਾ। ਮਹਾਰਾਜ ਮੈਂ ਕਵਾਂਗਾ, ਮਹਾਰਾਜ ਉਹਦੀ ਮੱਤ ਨੇ ਤੇ ਮੇਰਾ ਮਨ ਨਾਸ਼ ਕੀਤਾ ਪਿਆ ਜੀ। ਕਈ ਵਾਰੀ ਨਾ ਜੀ ਬੰਦੇ ਬੜੇ ਵਧੀਆ ਹੁੰਦੇ ਨੇ ਜੀ, ਚੇਤਾ ਰੱਖਿਓ। ਇੱਕ ਬੰਦਾ ਨਾਲ ਮਾੜਾ ਰਲ ਜਾਂਦਾ ਨਾ ਜੀ, ਉਹਦੀ ਮੱਤ ਨਾਸ਼ ਕਰ ਦਿੰਦਾ ਜੀ ਉਹ ਜੀ। ਬੜੇ ਬੜੇ ਵਧੀਆ ਬੰਦੇ, ਗੁਰਮੁਖ ਬੰਦੇ ਮੈਂ ਵੇਖੇ ਜੀ। ਇੱਕ ਅੱਧਾ ਬੰਦਾ ਵੀ ਉਹਨਾਂ ਨਾਲ ਉਹੋ ਜਿਹਾ ਰਲ ਜੇ ਨਾ ਜੀ, ਕਈ ਵਾਰੀ ਉਹਨਾਂ ਦੀ ਗੁਰਮੁਖਤਾਈ ਵੀ ਉਹ ਖਤਮ ਕਰ ਦਿੰਦੇ ਜੀ। ਕਹਿਣ ਲੱਗਾ ਮਹਾਰਾਜ ਉਹਦੀ ਮੱਤ ਨੇ ਤੇ ਮੇਰੇ ਅੰਦਰ ਸਭ ਕੁਝ ਨਾਸ਼ ਕਰ ਦਿੱਤਾ ਸੱਚੇ ਪਾਤਸ਼ਾਹ, ਮੈਂ ਕਿਉਂ ਨਹੀਂ ਉਹਦੇ ਮੁਖ ਤੇ ਕਵਾਂਗਾ। ਇਹ ਵੀ ਦਲੇਰੀ ਉਹਨੂੰ ਗੁਰੂ ਸਾਹਿਬ ਨੇ ਦਿੱਤੀ, ਉਹਨੇ ਤੇ ਜਨੇਊ ਦੀ ਸਹੁੰ ਖਾਧੀ ਸੀਗੀ ਜੀ। ਹਾਂਜੀ, ਮੈਂ ਗੁਜ਼ਰਾਨ ਕਰੋ ਤੁਮਰੇ ਘਰ, ਭੂਰ ਕਲੰਕ ਦਿਓ ਦੁਖਦਾਈ। ਉਹ ਮਹਾਰਾਜ ਨੇ ਬਖਸ਼ ਦੂ ਦਿੱਤਾ ਜੀ, ਇਹਨੂੰ ਸਿਰ ਤੇ ਹੱਥ ਰੱਖ ਦਿੱਤਾ ਨਾ ਜੀ, ਉਹ ਸਿਰ ਤੇ ਹੱਥ ਰੱਖਣ ਕਰਕੇ ਇਹਦੀ ਬੋਲੀ ਬਦਲੀ ਜੀ। ਕਹਿਣ ਲੱਗਾ ਮਹਾਰਾਜ ਮੈਂ ਤੇ ਤੁਹਾਡੇ ਘਰੋਂ ਛਕਦਾ, ਤੁਹਾਡੇ ਘਰੋਂ ਗੁਜ਼ਾਰਾ ਕਰਦਾ। ਉਹਨੇ ਮਹਾਰਾਜ ਮੇਰੇ ਮੱਥੇ ਤੇ ਕਲੰਕ ਲਾ ਦਿੱਤਾ ਬਾਬੇ ਪ੍ਰਿਥੀਏ ਨੇ। ਹਾਂਜੀ, ਭਾਵੀ ਨੇ ਪ੍ਰੇਰਨ ਕੀਨ ਬੁਰੇ ਮਹਿ, ਦੋਨੋਂ ਹੋ ਲੋਕ ਮੈਂ ਲੀਨ ਗਵਾਈ। ਮਹਾਰਾਜ ਭਾਵੀ ਨੇ ਮੈਨੂੰ ਪ੍ਰੇਰਿਆ, ਮੈਂ ਬਾਬੇ ਪ੍ਰਿਥੀਏ ਦੀਆਂ ਗੱਲਾਂ 'ਚ ਆ ਗਿਆ, ਮੇਰੇ ਤੇ ਦੋਨੋਂ ਲੋਕ ਹੀ ਵਿਗੜ ਚੱਲੇ ਸਨ। ਮਹਾਰਾਜ ਵਿਗੜ ਹੀ ਗਏ ਸਨ ਜੀ, ਤੇ ਮਹਾਰਾਜ ਨੇ ਬਖਸ਼ ਲਿਆ। ਇਹ ਤੇ ਮਰ ਗਿਆ ਸੀਗਾ ਜੀ, ਇਹਨੂੰ ਤੇ ਨਰਕਾਂ 'ਚੋਂ ਕੱਢ ਕੇ ਮਹਾਰਾਜ ਨੇ ਜਿੰਦਿਆਂ ਕੀਤਾ ਸੱਚੇ ਪਾਤਸ਼ਾਹ ਜੀ ਨੇ। ਦੋਹਰਾ ਸ਼੍ਰੀ ਅਰਜਨ ਦਿਜ ਸੋ ਕਹਿਓ, ਮਹਾਮੂੜ ਕਿਆ ਕੀਨ। ਮਹਾਰਾਜ ਕਹਿਣ ਲੱਗੇ ਉਹ ਮੂਰਖਾ, ਇਹ ਤੂੰ ਕੀ ਕੀਤਾ, ਕਹਿਣ ਲੱਗੇ।
ਹਾਂਜੀ। ਸਾਹਿਬਜ਼ਾਦੇ ਮੋਲ ਕੋ ਪੰਚ ਸਹਸ ਕਰ ਦੀਨ। ਤੂੰ ਸਾਡੇ ਸਾਹਿਬਜ਼ਾਦੇ ਦਾ ਮੁੱਲ 500 ਰੁਪਈਆ ਲਾ ਦਿੱਤਾ। ਮਹਾਰਾਜ ਕਹਿਣ ਲੱਗੇ ਇੰਨੀ ਜਾਨ ਦੀ ਕੀਮਤ ਹੈ ਉਹਨਾਂ ਦੀ ਜੀ। ਸਿਰਫ 500 ਦਮੜਾ ਮਹਾਰਾਜ ਕਹਿਣ ਲੱਗੇ 500 ਚਾਂਦੀ ਦੀਆਂ ਮੋਹਰਾਂ ਕਰਕੇ ਤੂੰ ਉਹਨਾਂ ਨੂੰ ਮਾਰ ਦੇਣ ਲੱਗਾ ਸਾਂ। ਕਹਿਣ ਲੱਗੇ ਬਾਹੁਰ ਕਹਿਓ ਸੰਗ ਦਾਸ ਕੇ ਧਾਮ ਪ੍ਰਿਥੀਏ ਜਾਏ। ਮਹਾਰਾਜ ਇੱਕ ਸੇਵਕ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਭਾਈ ਜਾਓ ਬਾਬੇ ਪ੍ਰਿਥੀਏ ਦੇ ਘਰ ਵਿੱਚ ਜਾਓ। ਕਹਿਣ ਲੱਗੇ ਹਾਂਜੀ। ਅਨਹੋ ਸਾਥ ਹਕਾਰ ਕੈ ਲੇਕਰ ਹਮਰੋ ਨਾਏ। ਸਾਡਾ ਨਾਮ ਲੈ ਕੇ ਸੱਦੋ ਵੀ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਦਦੇ ਆ। ਹੁਣ ਮਹਾਰਾਜ ਨੇ ਗੁਰੂਆਂ ਵਾਲੀ ਗੱਲ ਕੀਤੀ ਜੀ। ਅੱਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਹੈ, ਅੱਗੇ ਵੀ ਗੁਰੂਆਂ ਵਾਲੀ ਵਡਿਆਈ ਵਿਖਾਉਂਦੇ ਆ, ਪਰ ਅੱਗੇ ਨਿਮਰਤਾ ਵਿੱਚ ਰਹਿ ਕੇ ਆਪ ਚੱਲ ਕੇ ਜਾਂਦੇ ਹੁੰਦੇ ਸੀਗੇ ਜੀ। ਹੁਣ ਮਹਾਰਾਜ ਕਹਿੰਦੇ ਵੀ ਆਓ ਹੁਣ ਇੱਥੇ ਸੱਦ ਕੇ ਲੈ ਕੇ ਆਓ ਉਹਨਾਂ ਨੂੰ। ਹਾਂਜੀ। ਕਵਿਤ ਕਰੋ ਸਨਮਾਨ ਬੋਲ ਮਧੁਰ ਮਹਾਨ ਸਾਥ। ਪਰ ਘਰੋਂ ਲਿਆਉਣਾ ਤੇ ਮਿੱਠੇ ਬੋਲ ਬੋਲਣੇ ਪੈਣੇ ਉਹਨਾਂ ਨਾਲ। ਧੰਨ ਨੇ ਮਹਾਰਾਜ ਕਹਿੰਦੇ ਸਨਮਾਨ ਨਾਲ ਲੈ ਕੇ ਆਇਓ ਇੱਥੇ ਉਹਨਾਂ ਨੂੰ। ਕੋਈ ਕਰਦਾ ਜੀ ਇੰਝ ਦੀ? ਕੋਈ ਨਹੀਂ ਕਰਦਾ ਜੀ। ਹਾਂਜੀ। ਸਾਥ ਆਨੋ ਹਮ ਧਾਮ ਕੋ ਪ੍ਰਸੰਨਤਾ ਉਪਾਏ ਮਨ। ਮਹਾਰਾਜ ਕਹਿਣ ਲੱਗੇ ਖੁਸ਼ੀ ਖੁਸ਼ੀ ਸਾਡੇ ਘਰ ਆਵੇ। ਕਹਿਣ ਲੱਗੇ ਦੁਖੀ ਨਾ ਹੋ ਕੇ ਆਵੇ। ਹਾਂਜੀ। ਗਇਓ ਸੁਨ ਦਾਸ ਬੈਠੋ ਪ੍ਰਿਥੀਆ ਆਵਾਸ ਜਿਸ। ਸੁਣ ਕੇ ਸੇਵਕ ਬਾਬੇ ਪ੍ਰਿਥੀਏ ਦੇ ਘਰ ਨੂੰ ਤੁਰ ਪਿਆ ਜੀ। ਅੰਮ੍ਰਿਤਸਰ ਦੇ ਵਿੱਚ ਹੀ ਸੀਗਾ ਜੀ ਉਹਨਾਂ ਦਾ ਵੀ ਘਰ ਹੈ। ਹਾਂਜੀ। ਸੀਸ ਕੋ ਨਿਵਾਏ ਅਭੇ ਬੰਧਨ ਸੋਕੀਨ ਤਿਨ। ਬਾਬੇ ਪ੍ਰਿਥੀਏ ਨੂੰ ਨਮਸਕਾਰ ਕੀਤੀ ਜੀ ਸਿੱਖ ਨੇ ਜਾ ਕੇ। ਹਾਂਜੀ। ਆਪ ਕੋ ਹਕਾਰਨ ਕਰਿਓ ਹੈ ਗੁਰੂ ਅਰਜਨ। ਕਹਿਣ ਲੱਗੇ ਜੀ ਬਾਬਾ ਜੀ ਤੁਹਾਨੂੰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਦ ਰਹੇ ਹਨ। ਹਾਂਜੀ। ਅਬ ਹੀ ਉਠੀ ਜੈ ਚੱਲ ਮਿਲੀਐ ਬਿਲੰਬ ਬਿਨ। ਉਠੋ ਬਿਨਾਂ ਕਿਸੇ ਦੇਰੀ ਤੋਂ ਜਾ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਓ। ਮਹਾਰਾਜ ਸੱਦ ਰਹੇ ਨੇ ਤੁਹਾਨੂੰ। ਹਾਂਜੀ। ਸੁਨ ਕੇ ਹਰਖ ਕਰ ਗਮਨਿਓ ਗੁਰੂ ਕੇ ਘਰ। ਤੇ ਬਾਬੇ ਪ੍ਰਿਥੀਏ ਨੇ ਪਤਾ ਕੀ ਸੋਚਿਆ ਵੀ ਹੋ ਸਕਦਾ ਹਰਗੋਬਿੰਦ ਜੀ ਨੂੰ ਸੂਲ ਉੱਠ ਗਿਆ ਹੋਵੇ ਦਹੀਂ ਛਕ ਕੇ। ਤੇ ਬੜੀ ਖੁਸ਼ੀ ਖੁਸ਼ੀ ਬਾਬਾ ਪ੍ਰਿਥੀਆ ਜੀ ਤੁਰੇ ਜੀ। ਮੋਹੇ ਸਾਥ ਕਾਜ ਕੌਣ ਬੂਝਿਓ ਦਾਸ ਸਾਥ ਭਨ। ਤੇ ਸੇਵਕ ਨੂੰ ਕਹਿਣ ਲੱਗੇ ਵੀ ਮੇਰੇ ਨਾਲ ਕੀ ਕੰਮ ਹੈ ਉਹਨਾਂ ਨੂੰ, ਮੈਨੂੰ ਕਿਉਂ ਸੱਦਿਆ ਅੱਜ ਉਹਨਾਂ ਨੇ। ਮੋਹੇ ਕੋ ਨ ਸੁਧ ਕੋਈ ਪਠਿਓ ਚਲ ਆਇਓ ਇਤ। ਤੇ ਸੇਵਕ ਕਹਿਣ ਲੱਗਾ ਜੀ ਮੈਨੂੰ ਨਹੀਂ ਕੋਈ ਪਤਾ, ਇਹ ਤੇ ਗੁਰੂ ਸਾਹਿਬ ਨੂੰ ਹੀ ਪਤਾ ਉਹਨਾਂ ਨੇ ਕਿਉਂ ਸੱਦਿਆ ਤੁਹਾਨੂੰ। ਐਸੀ ਬਾਤ ਬੋਲਤ ਸੋ ਆਇਓ ਗੁਰ ਧਾਮ ਕੋ। ਇਹ ਗੱਲਾਂ ਕਰਦਿਆਂ ਉਹ ਗੁਰੂ ਘਰ ਵਿੱਚ ਜਿੱਥੇ ਮਹਾਰਾਜ ਬੈਠੇ ਆ ਗੁਰੂ ਕੇ ਮਹਿਲਾਂ 'ਚ ਬਾਬਾ ਪ੍ਰਿਥੀਆ ਜੀ ਉੱਥੇ ਪਹੁੰਚ ਰਹੇ ਨੇ ਜੀ। ਹਾਂਜੀ। ਕੋਠੇ ਮੈਂ ਬਿਠਾਇਓ ਦਿਜ ਬੋਲੀਏ ਨਾ ਬਾਕ ਤੁਮ। ਉਧਰੋਂ ਮਹਾਰਾਜ ਨੇ ਬ੍ਰਾਹਮਣ ਨੂੰ ਕਿਹਾ ਵੀ ਤੂੰ ਕੋਠੇ 'ਚ ਜਾ ਕੇ ਲੁੱਕ ਜੇ। ਕਹਿਣ ਲੱਗੇ ਜਿੰਨਾ ਚਿਰ ਤੱਕ ਤੈਨੂੰ ਸੱਦੀਏ ਨਾ ਉਹਨਾਂ ਚਿਰ ਤੱਕ ਤੂੰ ਹੇਠਾਂ ਨਹੀਂ ਆਉਣਾ। ਮਹਾਰਾਜ ਕਹਿਣ ਲੱਗੇ ਹਮਰੇ ਬੁਲਾਏ ਬਿਨ ਬੈਠ ਇੱਕ ਜਾਮ ਕੋ। ਇੱਕ ਪੈਰ ਤੇ ਤੈਨੂੰ ਬਹਿਣਾ ਹੀ ਪੈਣਾ। ਕਹਿਣ ਲੱਗੇ ਬਾਕੀ ਜਦੋਂ ਆਵਾਜ਼ ਮਾਰਾਂਗੇ ਉਦੋਂ ਆ ਜੀ। ਹਾਂਜੀ। ਬਿਪਰ ਨੇ ਅਲਾਇਓ ਜਿਮ ਆਪ ਨੇ ਬਤਾਇਓ ਤਿਮ ਕਰੋ। ਉਹ ਖਿਡਾਵਾ ਬ੍ਰਾਹਮਣ ਕਹਿਣ ਲੱਗਾ ਮਹਾਰਾਜ ਹੁਣ ਤੇ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਕਰਾਂਗਾ। ਕਿਉਂ ਪਤਾ ਲੱਗ ਗਿਆ ਨਾ ਇਹੋ ਹੀ ਪਾਤਸ਼ਾਹ ਨੇ, ਮਰਿਆ ਹੋਇਆਂ ਨੂੰ ਜਿੰਦਿਆਂ ਕਰਨ ਵਾਲੇ ਨੇ। ਬੈਠ ਰਹੋ ਜਬ ਲੈ ਹੋ ਮਮ ਨਾਮ ਕੋ। ਮਹਾਰਾਜ ਜਦੋਂ ਮੇਰਾ ਨਾਮ ਲੈ ਕੇ ਸੱਦੋਗੇ ਮਹਾਰਾਜ ਮੈਂ ਉਦੋਂ ਹੀ ਆਵਾਂਗਾ। ਹਾਂਜੀ। ਤਬ ਮੈਂ ਛਪੀ ਨਾ ਰੱਖੋਂ ਜਥਾਰਥ ਸੋਈ ਭਾਖੋਂ। ਕਹਿੰਦੇ ਤਬ ਮੈਂ ਛਪੀ ਨਾ ਰੱਖੋਂ, ਫਿਰ ਮਹਾਰਾਜ ਮੈਨੂੰ ਕਿਉਂ ਮੈਂ ਲੁਕਾਵਾਂਗਾ ਨਹੀਂ, ਬਾਬੇ ਪ੍ਰਿਥੀਏ ਦੇ ਸਾਹਮਣੇ ਗੱਲ ਕਵਾਂਗਾ ਸਾਰੀ। ਹਾਂਜੀ। ਮੁਕਰ ਨਾ ਦੇਹ ਹੈ ਬਿਗਾਰਿਓ ਜਿਮ ਕਾਮ ਕੋ। ਮਹਾਰਾਜ ਮੈਂ ਮੁਕਰਨ ਨਹੀਂ ਦੇਵਾਂਗਾ ਬਾਬਾ ਪ੍ਰਿਥੀਆ ਜੀ ਨੂੰ। ਮਹਾਰਾਜ ਉਹਨਾਂ ਨੇ ਜਿਵੇਂ ਮੈਨੂੰ ਕਿਹਾ ਮੈਂ ਉਵੇਂ ਕਵਾਂਗਾ ਸਾਰਾ ਕੁਝ।
ਹਾਂਜੀ। ਇਤਨੇ ਮੇ ਪ੍ਰਿਥਿਆ ਪਹੁੰਚਿਓ ਗੁਰੂ ਪਾਸ ਆਨ। ਇੰਨੇ ਚਿਰ ਨੂੰ ਸੇਵਕ ਦੇ ਨਾਲ ਬਾਬਾ ਪ੍ਰਿਥੀਆ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਆ ਗਏ ਜੀ। ਹੇਤ ਸਨਮਾਨ ਕੇ ਉਠੈ ਹੈ ਕੀਨ ਬੰਦਨਾ। ਵਾਹ ਜੀ ਵਾਹ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਫੇਰ ਆਖੋ ਸਾਰੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੰਗਤ ਜੇ ਕੋਈ ਨਹੀਂ ਕਰ ਸਕਦਾ, ਪਤਾ ਵੀ ਹੈ ਬਾਬੇ ਪ੍ਰਿਥੀਏ ਨੇ ਕੀ ਕੀਤਾ, ਫਿਰ ਵੀ ਵੇਖਿਆ ਸਾਡਾ ਵੱਡਾ ਭਾਈ ਹੈ। ਜਦੋਂ ਬਾਬੇ ਪ੍ਰਿਥੀਏ ਨੂੰ ਆਉਂਦਿਆਂ ਵੇਖਿਆ, ਮਹਾਰਾਜ ਸਨਮਾਨ ਕਰਨ ਵਾਸਤੇ ਉੱਠ ਖਲੋਤੇ ਤੇ ਆਪ ਨਮਸਕਾਰ ਕੀਤੀ ਮਹਾਰਾਜ ਨੇ ਜੀ। ਮਧੁਰ ਮਹਾਨ ਕੋ ਬਖਾਨ ਕੈ ਬਿਠਾਇਓ ਤੀਰ। ਆਓ ਮਹਾਰਾਜ ਜੀ ਆਇਆਂ ਨੂੰ ਮਿੱਠੇ ਬੋਲ ਬੋਲ ਕੇ ਸਾਹਮਣੇ ਬਿਠਾਇਆ ਜੀ ਮਹਾਰਾਜ ਨੇ। ਆਪ ਤੇ ਅਧਿਕ ਕਰ ਜਾਨ ਦੁਖ ਕੰਦਨਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਆਪ ਦੁੱਖਾਂ ਦੇ ਕੱਟਣ ਵਾਲੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬਾਬੇ ਪ੍ਰਿਥੀਏ ਨੂੰ ਬਹੁਤੀ ਨਿਮਰਤਾ ਨਾਲ ਬੋਲ ਬੋਲ ਕੇ ਬਿਠਾਇਆ ਮਹਾਰਾਜ ਨੇ ਜੀ। ਹਾਂਜੀ। ਨਮਰ ਹੋਏ ਬੋਲੇ ਭਰਾਤ ਹਮਰੇ ਵਿਸਾਲ ਤੁਮ। ਮਹਾਰਾਜ ਬੜੀ ਨਿਮਰਤਾ ਨਾਲ ਕਹਿਣ ਲੱਗੇ, ਕਹਿੰਦੇ ਤੁਸੀਂ ਸਾਡੇ ਵੱਡੇ ਭਰਾ ਹੋ। ਹਾਂਜੀ। ਆਦਰ ਸਥਾਨ ਸਦਾ ਕਹੈ ਹਮ ਮੰਦ ਨਾ। ਵਾਹਿਗੁਰੂ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਅਸੀਂ ਮਨੋਂ ਕਹਿ ਰਹੇ ਹਾਂ, ਤੁਸੀਂ ਸਾਡੇ ਵਾਸਤੇ ਸਦਾ ਹੀ ਆਦਰਯੋਗ ਹੋ, ਅਸੀਂ ਤੁਹਾਡਾ ਸਦਾ ਹੀ ਸਨਮਾਨ ਕਰਾਂਗੇ। ਹਾਂਜੀ। ਦ્વੈਸ਼ ਕੋ ਨਾ ਲੇਸ਼ ਲਖ ਆਪ ਤੇ ਵਿਸ਼ੇਸ਼। ਮਹਾਰਾਜ ਕਹਿਣ ਲੱਗੇ ਅਸੀਂ ਤੇ ਤੁਹਾਨੂੰ ਆਪਣੇ ਤੋਂ ਵੀ ਵੱਡੇ ਸਮਝਦੇ ਹਾਂ, ਸਾਡੇ ਮਨ ਵਿੱਚ ਤੁਹਾਡੇ ਪ੍ਰਤੀ ਦ્વੈਸ਼ ਨਹੀਂ ਹੈਗਾ। ਚੇਤਾ ਰੱਖਿਓ, ਇਹ ਗੁਰੂ ਅਰਜਨ ਸਾਹਿਬ ਬੋਲ ਰਹੇ, ਮਹਾਰਾਜ ਨੇ ਝੂਠ ਥੋੜੀ ਬੋਲਣਾ ਜੀ। ਮਹਾਰਾਜ ਕਹਿਣ ਲੱਗੇ ਸਾਡੇ ਮਨ 'ਚ ਤੁਹਾਡੇ ਪ੍ਰਤੀ ਰੰਚਕ ਮਾਤਰ ਵੀ ਦ્વੈਸ਼ ਨਹੀਂ ਹੈਗਾ। ਹਾਂਜੀ। ਹਮ ਜਾਣਤ ਅਸ਼ੇਸ਼ ਤੁਮ ਬਨਤ ਬਿਲੰਦ ਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਸਾਡੇ ਲਈ ਨਮਸਕਾਰ ਕਰਨ ਯੋਗ ਹੋ, ਤੁਸੀਂ ਸਾਡੇ ਲਈ ਬੰਧਨ ਯੋਗ ਹੋ, ਪਰ ਤੁਸੀਂ ਕਦੇ ਵੀ ਵੱਡੇ ਨਹੀਂ ਬਣਦੇ। ਮਹਾਰਾਜ ਕਹਿਣ ਲੱਗੇ ਅਸੀਂ ਤੇ ਤੁਹਾਨੂੰ ਵੱਡੇ ਮੰਨਦੇ ਹਾਂ, ਤੁਸੀਂ ਕਦੀ ਵੱਡੇ ਹੀ ਨਹੀਂ ਬਣੇ। ਹਾਂਜੀ। ਵੱਡੋ ਭਰਾਤ ਪਿਤਾ ਕੇ ਸਮਾਨ ਜਗ ਜਾਨੀਅਤ। ਸਾਰੇ ਜਗਤ ਨੂੰ ਪਤਾ ਹੈ ਵੱਡਾ ਭਰਾ ਜਿਹੜਾ ਹੈ ਉਹ ਪਿਤਾ ਦੇ ਸਮਾਨ ਹੁੰਦਾ ਹੈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਪਰ ਸੰਗਤ ਜੀ ਅੱਜ ਮੰਨਦਾ ਕੋਈ ਵਿਰਲਾ ਹੀ ਤੇ ਜੀ, ਕੋਈ ਨਹੀਂ ਮੰਨਦਾ ਜੀ। ਹਾਂਜੀ। ਸਭ ਨੂੰ ਪਤਾ ਮਹਾਰਾਜ ਵੱਡੇ ਭਰਾ ਜਿਹੜਾ ਉਹ ਪਿਤਾ ਦੇ ਸਮਾਨ ਹੁੰਦਾ ਹੈ। ਹਿਤ ਕੋ ਕਰਤ ਹੀ ਬਾਰਤਾ ਪ੍ਰਮਾਨ ਕੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਸੇ ਕਰਕੇ ਅਸੀਂ ਤੁਹਾਡਾ ਆਦਰ ਕਰਦੇ ਹਾਂ, ਸਨਮਾਨ ਕਰਦੇ ਹਾਂ। ਹਾਂਜੀ। ਬੈਰ ਮਨ ਠਾਨੇ ਤੋ ਹਮਾਰੇ ਸੰਗ ਹੋ ਹੈ ਤੇਰੋ। ਪਰ ਮਹਾਰਾਜ ਕਹਿਣ ਲੱਗੇ ਬਾਬਾ ਜੀ ਤੁਸੀਂ ਆਪਣੇ ਮਨ ਚੋਂ ਵੈਰ ਕਿਉਂ ਨਹੀਂ ਛੱਡਦੇ। ਕਹਿਣ ਲੱਗੇ ਕਈ ਬੰਦੇ ਅੜੀ ਨਹੀਂ ਛੱਡਦੇ ਸਾਧ ਸੰਗਤ ਜੀ, ਉਹਨਾਂ ਦਾ ਸੁਭਾਅ ਹੁੰਦਾ ਹੈ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਕਿਉਂ ਨਹੀਂ ਵੈਰ ਛੱਡਦੇ। ਕਹਿਣ ਲੱਗੇ ਹਾਂਜੀ। ਬਾਲਕ ਅਦੋਸ਼ ਨਹੀਂ ਮਿੱਤਰ ਸ਼ਤਰ ਜਾਨ ਕੀ। ਕਹਿਣ ਲੱਗੇ ਬਾਲਕ ਅਦੋਸ਼ ਨਹੀਂ ਮਿੱਤਰ ਸ਼ਤਰ ਜਾਨ ਕੀ। ਬਾਲਕ ਤੇ ਅਦੋਸ਼ ਹੁੰਦਾ, ਉਹਨੂੰ ਤੇ ਵੈਰੀ ਮਿੱਤਰ ਦਾ ਪਤਾ ਹੀ ਕੁਝ ਨਹੀਂ। ਮਹਾਰਾਜ ਕਹਿਣ ਲੱਗੇ ਹਾਂਜੀ। ਖੋਟੇ ਕਾਮ ਕੀਨ ਬਿਖ ਦਧੀ ਸੋ ਦਵਾਏ ਦੀ। ਪਰ ਮਹਾਰਾਜ ਕਹਿਣ ਲੱਗੇ ਅਸੀਂ ਤੇ ਤੁਹਾਨੂੰ ਪਿਤਾ ਜੀ ਦੀ ਥਾਂ ਤੇ ਰੱਖ ਕੇ ਨਮਸਕਾਰ ਕਰਦੇ ਹਾਂ। ਫਿਰ ਮਹਾਰਾਜ ਨੂੰ ਕਹਿਣਾ ਹੀ ਪਿਆ ਜੀ, ਕਿੰਨਾ ਦੁਖੀ ਕੀਤਾ ਹੋਏਗਾ ਹਿਰਦਾ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਨਾ ਖੋਟੇ ਕੰਮ ਕਰਨ ਤੋਂ ਟਲੇ ਹੋ। ਕਹਿਣ ਲੱਗੇ ਆਖੋ ਵਾਹਿਗੁਰੂ ਵਾਹਿਗੁਰੂ। ਕੋਈ ਬੱਚੇ ਨੂੰ ਵੀ ਦਹੀਂ 'ਚ ਜ਼ਹਿਰ ਪਾ ਕੇ ਦਿੰਦਾ। ਕਹਿਣ ਲੱਗੇ ਹਾਂਜੀ। ਬਿਪਰ ਕੋ ਲੁਭਾਏ ਲੀਨ ਪ੍ਰੇਰਿਓ ਦੁਰਬਾਨ ਕੀ। ਮਹਾਰਾਜ ਕਹਿਣ ਲੱਗੇ ਚੰਗਾ ਕੀਤਾ ਬ੍ਰਾਹਮਣ ਨੂੰ ਹੀ ਆਪਣੇ ਅੜਿੱਕੇ ਲਾ ਲਿਆ ਤੁਸੀਂ। ਕਹਿਣ ਲੱਗੇ ਇਹੋ ਜਿਹੇ ਬੋਲ ਸੁਣਾਏ ਤੁਹਾਡੇ ਵੱਲ ਹੋ ਗਿਆ। ਕਹਿਣ ਲੱਗੇ ਲਾਜ ਨਾ ਜਹਾਨ ਕੀ ਨਾ ਕੀਨ ਕੁਲ ਕਾਨ ਕੀ। ਮਹਾਰਾਜ ਕਹਿਣ ਲੱਗੇ ਭਰਾਤਾ ਜੀ ਕੋਈ ਜਗਤ ਦੀ ਲਾਜ ਰੱਖਦੇ। ਚਲੋ ਜੇ ਜਗਤ ਦੀ ਲਾਜ ਨਹੀਂ,
ਕੁੱਲ ਦੀ ਲਾਜ ਰੱਖ ਲੈਂਦੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਪਾਂ ਦੋਵੇਂ ਹੀ ਪੁੱਤਰ ਹੈਗੇ, ਕਹਿਣ ਲੱਗੇ ਕੁੱਲ ਦੀ ਲਾਜ ਰੱਖ ਲੈਂਦੇ। ਨਾ ਰੀਤ ਦਇਆਵਾਨ ਕੀ, ਨਾ ਪਾਪ ਕੀ ਪਛਾਨ ਕੀ। ਚਲੋ ਕੋਈ ਦਇਆਵਾਨ ਰੀਤੀ ਨੀਤੀ ਰੱਖਦੇ, ਛੋਟੇ ਜਿਹੇ ਬੱਚੇ ਨੂੰ ਜ਼ਹਿਰ ਦੇ ਦੇਣਾ ਸੀਗਾ। ਮਹਾਰਾਜ ਕਹਿਣ ਲੱਗੇ ਤੁਸੀਂ ਪਾਪ ਦੀ ਵੀ ਪਛਾਣ ਨਹੀਂ ਕੀਤੀ ਵੀ ਇਹ ਪਾਪ ਹੈਗਾ। ਇਹ ਵੀ ਗੁਰੂ ਅਰਜਨ ਸਾਹਿਬ ਬੜੀ ਸ਼ਾਂਤੀ ਨਾਲ ਬਚਨ ਕਰਨ ਦੇ, ਇਸੇ ਕਰਕੇ ਗੁਰੂ ਅਰਜਨ ਸਾਹਿਬ ਨੂੰ ਸ਼ਾਂਤੀ ਦੇ ਪੁੰਜ ਕਹਿੰਦੇ ਆ ਜੀ। ਉਂਝ ਇਕੱਲੇ ਬਹਿ ਕੇ ਸ਼ਾਂਤ ਬੈਠੇ ਰਹਿਣਾ ਵੱਡੀ ਗੱਲ ਨਹੀਂ ਹੈਗੀ। ਸਾਹਮਣਿਓਂ ਕੋਈ ਅਤ ਦਾ ਬੁਰਾ ਕੰਮ ਕਰੇ ਤੇ ਫਿਰ ਵੀ ਬੰਦਾ ਸ਼ਾਂਤ ਰਵੇ, ਉਹਨੂੰ ਕਹਿੰਦੇ ਕਿ ਇਹ ਸ਼ਾਂਤ ਹੈਗਾ ਜੀ। ਇਕੱਲੇ ਬਹਿ ਜਾਣਾ ਜੀ ਮੈਂ ਸ਼ਾਂਤ ਹੈਗਾ ਜੀ, ਇਹ ਤੇ ਮਾਚਿਸ ਵੀ ਸ਼ਾਂਤ ਹੀ ਲੱਗਦੀ, ਪਤਾ ਤੇ ਉਦੋਂ ਲੱਗਦਾ ਜਦੋਂ ਤੀਲ ਰਗੜਦੇ ਹਾਂ ਜੀ ਅੱਗ ਨਿਕਲਦੀ ਕਿ ਨਹੀਂ ਨਿਕਲਦੀ। ਉਂਝ ਤੇ ਬੰਦਾ ਬੜਾ ਹੀ ਸ਼ਾਂਤ ਬਣ ਕੇ ਵਿਖਾਉਂਦਾ ਹੈ, ਬਾਅਦ ਵਿੱਚ ਹੀ ਪਤਾ ਲੱਗਦਾ ਹੈ ਜੀ। ਪਰ ਧੰਨ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਬੜੇ ਹੀ ਸ਼ਾਂਤ ਹੈ। ਇਹ ਵੀ ਬਚਨ ਬੜੀ ਸ਼ਾਂਤੀ ਨਾਲ ਕਰਨ ਦਾ ਹੈ ਜੀ। ਹਾਂਜੀ, ਜਮ ਕੋ ਨਾ ਜਾਣਿਓ, ਨਾ ਕਲੰਕ ਕੋ ਪ੍ਰਮਾਨਿਓ। ਮਹਾਰਾਜ ਕਹਿਣ ਲੱਗੇ ਭਰਾਤਾ ਜੀ ਜਮਾਂ ਦਾ ਹੀ ਖਿਆਲ ਕਰ ਲੈਣਾ ਸੀ, ਪਾਪ ਕਰਨ ਦਾ ਉਹ ਅੱਗੇ ਜਾ ਕੇ ਮੂੰਹ ਵਿਖਾਉਣਾ ਪੈਣਾ। ਮਹਾਰਾਜ ਕਹਿਣ ਲੱਗੇ ਕਲੰਕ ਦੀ ਵੀ ਪਰਵਾਹ ਨਹੀਂ ਕੀਤੀ ਵੀ ਤੁਹਾਨੂੰ ਕਲੰਕ ਲੱਗ ਜਾਣਾ ਸਾਰੀ ਉਮਰ ਦਾ। ਹਾਂਜੀ, ਹਵੈ ਅਜਾਨ ਹਿਤ ਹਾਨਿਓ, ਕਾਜ ਠਾਨਿਓ ਮਤ ਮੰਦ ਕੋ। ਮਹਾਰਾਜ ਕਹਿਣ ਲੱਗੇ ਕਿਸੇ ਗੱਲ ਦੀ ਵੀ ਵਿਚਾਰ ਨਹੀਂ ਕੀਤੀ ਤੇ ਮੂਰਖਾਂ ਵਾਲਾ ਕੰਮ ਕਰ ਬੈਠੇ ਤੁਸੀਂ। ਕਹਿਣ ਲੱਗੇ ਕਿਸੇ ਗੱਲ ਦੀ ਤੇ ਵਿਚਾਰ ਕਰਦੇ, ਕਹਿਣ ਲੱਗੇ। ਹਾਂਜੀ, ਰਾਖੇ ਗੁਰੂ ਨਾਨਕ ਸੁਹਾਏ ਭਏ ਆਨ ਕਰ। ਇਹ ਤੇ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸਾਡੇ ਰਾਖੇ ਨੇ। ਗੁਰੂ ਨਾਨਕ ਸਾਹਿਬ ਸਾਨੂੰ ਬਚਾ ਲੈਂਦੇ, ਬਾਰ-ਬਾਰ ਕਹਿਣ ਲੱਗੇ। ਹਾਂਜੀ, ਤੇਰੋ ਮੁਖ ਕਾਲਖ ਲਗਾਈ ਜਿਮ ਚੰਦ ਕੋ। ਪਰ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਤੇ ਸਾਡੇ ਰਾਖੀ ਕੀਤੀ, ਪਰ ਤੁਹਾਡੇ ਮੂੰਹ ਤੇ ਕਾਲਕ ਲੱਗ ਗਈ ਤੇ। ਕਹਿਣ ਲੱਗੇ ਜਿਵੇਂ ਚੰਦ ਤੇ ਲੱਗੀ ਕਾਲਕ, ਦਾਗੀ ਹੋ ਗਿਆ ਚੰਦ, ਸਭ ਨੂੰ ਪਤਾ ਹੈ ਨਾ। ਬਾਬਾ ਪ੍ਰਿਥੀਆ ਜੀ ਤੁਸੀਂ ਕੀ ਕੀਤਾ? ਕਹਿਣ ਲੱਗੇ ਹਾਂਜੀ, ਮਿਟੈ ਨਾ ਪਖਾਰੀ ਦਿਨੋ ਦਿਨ ਹੋਏ ਕਾਈ ਬਹੁ। ਹੁਣ ਇਹ ਦਿਨੋਂ ਦਿਨ ਹੀ ਕਾਲੀ ਹੋਣੀ ਹੈ। ਮਹਾਰਾਜ ਕਹਿਣ ਲੱਗੇ ਜਿਹੜਾ ਕਾਲਕ ਲੱਗਾ ਦਿਨੋਂ ਦਿਨ ਕਾਲਾ ਹੋਣਾ। ਕਹਿਣ ਲੱਗੇ ਹਾਂਜੀ, ਅਪਜਸ ਭਾਰੀ ਦੁੱਖ ਕਾਰੀ ਲੈ ਬਿਲੰਦ ਕੋ। ਰਹਿੰਦੀ ਦੁਨੀਆ ਤੱਕ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਹਾਡਾ ਅਪਜਸ ਹੀ ਹੋਣਾ। ਕਹਿਣ ਲੱਗੇ ਲੋਕਾਂ ਤੁਹਾਨੂੰ ਬੁਰਾ ਹੀ ਕਹਿਣਾ। ਕਹਿਣ ਲੱਗੇ ਕੋਈ ਇਸ ਤਰ੍ਹਾਂ ਵੀ ਕਰਦਾ। ਕਹਿਣ ਲੱਗੇ ਹਾਂਜੀ, ਹੰਸਨ ਕੇ ਕੀਚ ਜਿਮ ਕਾਲਮਾ ਕਮਲ ਬੀਚ। ਕਹਿਣ ਲੱਗੇ ਜਿਵੇਂ ਹੰਸਾਂ ਨੂੰ ਚਿੱਕੜ ਨਹੀਂ ਚੰਗਾ ਲੱਗਦਾ, ਇਹ ਤੁਸੀਂ ਕੀ ਕੀਤਾ? ਕਹਿਣ ਲੱਗੇ ਹਾਂਜੀ, ਤੇਮ ਬੁੱਧ ਨੀਚ ਤੇਰੀ ਕਰੈ ਛੰਦ ਬੰਦ ਕੋ। ਮਹਾਰਾਜ ਕਹਿਣ ਲੱਗੇ ਜਿਵੇਂ ਕਵਲ ਵਿੱਚ ਕਾਈ ਹੁੰਦੀ ਚੰਗੀ ਨਹੀਂ ਲੱਗਦੀ, ਚਿੱਕੜ ਚ ਹੰਸ ਨਹੀਂ ਚੰਗਾ ਲੱਗਦਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਤੁਹਾਡੀ ਬੁੱਧੀ ਚ ਚਿੱਕੜ ਇਕੱਠਾ ਹੋ ਗਿਆ। ਕਹਿਣ ਲੱਗੇ ਇਹ ਕੀ ਕੀਤਾ ਤੁਸੀਂ? ਕਹਿਣ ਲੱਗੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੰਗਤ ਮਹਾਰਾਜ। ਜੀ ਕਿੰਨੀ ਸ਼ਾਂਤੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ। ਤੇ ਚੇਤਾ ਰੱਖਿਓ ਸ਼ਾਂਤੀ ਬਿਨਾ ਨਾਮ ਜਪਣ ਤੋਂ ਨਹੀਂ ਤੇ ਆਉਂਦੀ। ਬੰਦਾ ਲੱਖ ਯਤਨ ਕਰੇ ਮੈਂ ਉਂਝ ਸ਼ਾਂਤ ਹੋਵਾਂ, ਉਂਝ ਸ਼ਾਂਤ ਹੋਵਾਂ, ਨਹੀਂ। ਜਦੋਂ ਬਾਣੀ ਪੜ੍ਹੇਗਾ, ਨਾਮ ਜਪੇਗਾ, ਸੇਵਾ ਕਰੇਗਾ, ਉਦੋਂ ਹੀ ਸ਼ਾਂਤ ਹੋ ਸਕਦਾ ਹੈ ਜੀ। ਵੇਖੋ ਨਾ ਜੀ ਅੰਦਰ ਭਾਂਬੜ ਮਚਣ ਦੇ ਅੱਗ ਦੇ ਜੀ, ਕੋਈ ਠੰਡੀ ਚੀਜ਼ ਜਾਏਗੀ ਤਾਂ ਬੰਦ ਹੋਣਗੇ ਨਾ ਜੀ। ਕਲ ਤਾਤੀ ਠੰਡਾ ਹਰ ਨਾਉ। ਜਦੋਂ ਬੰਦਾ ਬਾਣੀ ਦਾ ਅਭਿਆਸ ਕਰਦਾ ਫਿਰ ਵੇਖ ਕੇ ਵੀ ਵੇਖਾ ਕਰ ਜਾਂਦਾ ਵੀ ਕੋਈ ਗੱਲ ਨਹੀਂ, ਮੈਂ ਆਪਣਾ ਰਸ ਕਿਉਂ ਖਰਾਬ ਕਰਨਾ ਹੈ। ਫਿਰ ਨਹੀਂ ਬੰਦਾ ਇਹ ਕੰਮ ਕਰਦਾ। ਪਰ ਬਾਬੇ ਪ੍ਰਿਥੀਏ ਨੇ ਹੱਦ ਕਰ ਦਿੱਤੀ। ਇਹ ਵੀ ਬਚਨ ਮਹਾਰਾਜ ਬੜੀ ਸ਼ਾਂਤੀ ਨਾਲ ਕਹਿ ਰਹੇ ਜੀ ਉਹਨਾਂ ਨੂੰ। ਹਾਂਜੀ, ਲਾਗਿਓ ਇੱਕ ਅੰਕ ਹੀ ਕਲੰਕ ਮੁਖ ਤੇਰੇ ਅਬ। ਮਹਾਰਾਜ ਕਹਿਣ ਲੱਗੇ ਹੁਣ ਤੁਹਾਡੇ ਮੂੰਹ ਤੇ ਕਲੰਕ ਲੱਗ ਗਿਆ। ਕਹਿਣ ਲੱਗੇ ਹਾਂਜੀ, ਰਹੇ ਚਿਰ ਕਾਲ ਦਹ ਚਿਤ ਸੁਨ ਕੁਲ ਸੁਨ ਸੁਨ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਬਹੁਤ ਚਿਰ ਤੱਕ ਰਹੇਗਾ, ਲੋਕ ਸੁਣ ਸੁਣ ਕੇ ਆਖਣਗੇ ਬਾਬੇ ਪ੍ਰਿਥੀਏ ਨੇ ਚੰਗਾ ਨਹੀਂ ਕੀਤਾ।
ਖੋਟੋ ਤੁਝ ਜਾਣੈ ਮੌਨ ਠਾਨੈ ਨਾ ਬਖਾਨੈ ਕੁਛ। ਤੈਨੂੰ ਖੋਟਾ ਹੀ ਜਾਣਨਗੇ। ਖੋਟੋ ਤੁਝ ਜਾਣੈ ਮੌਨ ਠਾਨੈ ਨਾ ਬਖਾਨੈ ਕੁਝ। ਖੋਟਾ ਜਾਣ ਕੇ ਲੋਕ ਤੁਹਾਡੀ ਉਸਤਤ ਨਹੀਂ ਕਰਿਆ ਕਰਨਗੇ। ਹਾਂਜੀ। ਸੰਗਤਾਂ ਮਝਾਰ ਪਛਤਾਵੈ ਸੀਸ ਧੁਨ ਧੁਨ। ਸਮਾਂ ਆਏਗਾ ਪਛਤਾਉਣਾ ਪੈਣਾ ਕਹਿਣ ਲੱਗੇ ਤੁਹਾਨੂੰ। ਸੰਗਤ ਦੀ ਬੰਦਾ ਅੰਦਰੋਂ ਤੇ ਝੁਰਦਾ ਰਹਿੰਦਾ ਨਾ ਜੀ। ਬਾਹਰੋਂ ਜੋ ਮਰਜ਼ੀ ਕਰੇ ਅੰਦਰੋਂ ਤੇ ਝੁਰਦਾ ਰਹਿੰਦਾ ਨਾ ਜੀ। ਉਹ ਅੰਦਰ ਦਾ ਜਿਹੜਾ ਝੁਰਨਾ ਹੈ ਨਾ ਉਹ ਬਾਹਰ ਦੀਆਂ ਵਡਿਆਈਆਂ ਨਾਲੋਂ ਕਿਤੇ ਭੈੜਾ ਹੈਗਾ ਜੀ। ਹਾਂਜੀ। ਸੁਨੈ ਗੁਰ ਸਿੱਖ ਦੀਨੀ ਬਾਲਕੋ ਕੋ ਬਿਖ ਇਨ। ਹਾਂਜੀ। ਚਾਹੇਂਗੇ ਨਾ ਮੁਖ ਪਿਖ ਦੋਸ਼ ਮਹਾ ਗੁਣ ਗਨ। ਬਾਬਾ ਪ੍ਰਿਥੀਆ ਜੀ ਨੂੰ ਕਿਹਾ ਜਦੋਂ ਸਾਡੀਆਂ ਸੰਗਤਾਂ ਨੂੰ ਪਤਾ ਲੱਗਾ, ਬਾਬੇ ਪ੍ਰਿਥੀਏ ਤੁਹਾਨੂੰ ਮੂੰਹ ਨਹੀਂ ਕਿਸੇ ਨੇ ਲਾਉਣਾ ਕਹਿਣ ਲੱਗੇ ਜੋ ਤੁਸੀਂ ਕੀਤਾ। ਹਾਂਜੀ। ਨਿੰਦ ਕੋ ਚਿਤਾਰੈ ਤੇਰੀ ਕ੍ਰਿਤ ਕੋ ਤਿਕਾਰੈ ਸਭ। ਨਿੰਦ ਕੋ ਉਚਾਰੈ ਤੇਰੀ ਕ੍ਰਿਤ ਕੋ ਤਿਕਾਰੈ ਸਭ। ਨਿੰਦਿਆ ਕਰਿਆ ਕਰਨਗੇ, ਤਿਰਕਾਰ ਕਿਆ ਕਰਨਗੇ ਲੋਕ ਕਹਿਣ ਲੱਗੇ। ਫੈਲੈ ਜਗ ਸਾਰੇ ਭਨੇ ਆਪਸ ਮੈਂ ਪੁੰਨ ਪੁੰਨ। ਸਾਰਾ ਜਗਤ ਤੁਹਾਨੂੰ ਮਾੜਾ ਕਹਿਣ ਲੱਗੇ। ਅਸੀਂ ਨਹੀਂ ਤੁਹਾਨੂੰ ਹੁਣ ਤੱਕ ਕੁਝ ਕਿਹਾ, ਪਰ ਤੁਸੀਂ ਬਾਬਾ ਪ੍ਰਿਥੀਆ ਦੀ ਹੱਦਾਂ ਹੀ ਪਾਰ ਕਰ ਦਿੱਤੀਆਂ ਕਹਿਣ ਲੱਗੇ। ਅਸੀਂ ਨਹੀਂ ਸੀ ਹੁਣ ਤੱਕ ਕਿਹਾ। ਇਹ ਗੁਰੂ ਅਰਜਨ ਸਾਹਿਬ ਦੇ ਬੋਲ ਬਿਲਕੁਲ ਸੱਚ ਨੇ ਜੀ। ਹਾਂਜੀ। ਕ੍ਰੋਧ ਕਰ ਸ਼ੋਭ ਸੋ ਹੰਕਾਰ ਤਬ ਬੋਲਿਓ ਤਬ। ਬਾਬਾ ਪ੍ਰਿਥੀਆ ਕਿੱਥੋਂ ਮੰਨਣ ਵਾਲਾ ਹੀ ਛੇਤੀ ਜੀ। ਉਹਨੂੰ ਗੁੱਸਾ ਚੜਿਆ ਤੇ ਗੁੱਸੇ ਵਿੱਚ ਇਹਨੇ ਆਖਿਆ, ਝੂਠੇ ਉਪਾਲੰਭ ਦੇਤ ਆਪ ਤੇ ਬਨਾਏ ਕਰ। ਕਹਿਣ ਲੱਗਾ ਜੀ ਲੋਕ ਐਵੇਂ ਤੁਹਾਨੂੰ ਝੂਠੀਆਂ ਗੱਲਾਂ ਕਰੀ ਜਾਂਦੇ ਆ, ਝੂਠੀਆਂ ਤੁਹਮਤਾਂ ਲਾਉਂਦੇ ਹੋ। ਹਾਂਜੀ। ਹਮਰੋ ਬਿਗਾਰਿਓ ਕਹਾਂ ਜਾਂਤੇ ਬਿਖ ਦੇਨ ਚਾਹਾ। ਕਹਿਣ ਲੱਗਾ ਤੁਹਾਡੇ ਪੁੱਤਰ ਨੇ ਸਾਡਾ ਕੀ ਵਿਗਾੜਿਆ ਜਿਹੜਾ ਅਸੀਂ ਜ਼ਹਿਰ ਦੇਣਾ ਸੀਗਾ। ਮੇਰੋ ਨਾਮ ਕੌਣ ਲੇਤ ਦ્વੈਸ਼ ਉਪਜਾਏ ਕਰ। ਕੌਣ ਹੈ ਕਹਿੰਦਾ ਮੇਰਾ ਜਿਹੜਾ ਨਾਮ ਲੈਂਦਾ ਦ્વੈਸ਼ ਭਰਾਵਾਂ ਵਿੱਚ ਪੈਦਾ ਕਰਦਾ ਕੌਣ ਹੈ। ਹਾਂਜੀ। ਕੋ ਨਹਿ ਪ੍ਰੇਰਿਓ ਕਬ ਕੂਰ ਕਹਿਓ ਕਹਿਤ ਤੁਮ। ਕਹਿੰਦਾ ਮੈਂ ਕਿਸੇ ਨੂੰ ਨਹੀਂ ਪ੍ਰੇਰਿਆ, ਝੂਠ ਬੋਲਦੇ ਆ। ਹਾਂਜੀ। ਦੇਖ ਨਾ ਸਕੋ ਤੋਹਮਤ ਕਿਉਂ ਉਠਾਏ ਕਰ। ਕੋਈ ਮੈਨੂੰ ਵੇਖ ਕੇ ਜਰਦਾ ਨਹੀਂ, ਤੁਹਮਤਾਂ ਲਾ ਰਿਹਾ। ਹਾਂਜੀ। ਹੱਥਨ ਕੋ ਮਲ ਕਰ ਬਾਤਨ ਬਣਾਏ ਲੇਤ। ਐਵੇਂ ਹੀ ਹੱਥ ਮਲ ਕੇ ਲੋਕੀ ਗੱਲਾਂ ਬਣਾਈ ਜਾਂਦੇ ਆ। ਹਾਂਜੀ। ਕੌਣ ਕਰਿਓ ਕਾਮ ਨਾਮ ਦੀਜੀਏ ਸੁਨਾਏ ਕਰ। ਕਿੰਨੇ ਕਿਹਾ ਬੰਦਾ ਮੇਰੇ ਸਾਹਮਣੇ ਲੈ ਕੇ ਆਓ, ਆਖੋ ਵਾਹਿਗੁਰੂ। ਬਾਬੇ ਪ੍ਰਿਥੀਆ ਨੂੰ ਸੀ ਵੀ ਮੈਂ ਤਾਂ ਜਨੇਬ ਦੀ ਸਹੁੰ ਖਵਾਈ ਹੈ, ਉਹ ਕਿੱਥੋਂ ਬੋਲੇਗਾ। ਪਰ ਇਹ ਨਹੀਂ ਸੀ ਪਤਾ ਉਹਨੂੰ ਤੇ ਮਰੇ ਨੂੰ ਜਿੰਦਿਆਂ ਕਰ ਦਿੱਤਾ, ਉਹਦਾ ਤਾਂ ਜੀਵਨ ਹੀ ਦੂਜਾ ਹੋ ਗਿਆ। ਪਹਿਲੀਆਂ ਗੱਲਾਂ ਗਈਆਂ ਸਾਰੀਆਂ ਜੀ। ਬੋਲੇ ਗੁਰੂ ਅਰਜਨ ਸੇਵਕ ਉਠੋ ਅਬ। ਮਹਾਰਾਜ ਦੇ ਲਾਗੇ ਇੱਕ ਸਿੱਖ ਸੀ, ਮਹਾਰਾਜ ਕਹਿੰਦੇ ਗੁਰਮੁਖਾ ਉੱਠ ਕਹਿਣ ਲੱਗੇ। ਹਾਂਜੀ। ਸਾਂਕੁਰ ਕੁਸ਼ੋਰ ਕੈ ਕੀਵਾਰੋ ਕੋ ਉਗਾਰ ਦਿਓ। ਕੁੰਡਾ ਖੋਲ ਤੇ ਦਰਵਾਜ਼ਾ ਖੋਲ ਉੱਪਰ ਵਾਲਾ ਕਹਿਣ ਲੱਗੇ। ਹਾਂਜੀ। ਤਾਤਕਾਲ ਉੱਠ ਕੇ ਨਿਕਾਰਿਓ ਦਿਜ। ਹਾਂਜੀ। ਬੈਠੇ ਆਏ। ਬਸ ਫਿਰ ਕੀ ਸੀਗਾ ਜੀ। ਸਿੱਖ ਉੱਠਿਆ, ਉਹਨੇ ਕੁੰਡਾ ਖੋਲਿਆ ਤੇ ਉਸ ਕੁੰਡੇ ਦੇ ਦਰਵਾਜ਼ੇ ਨੂੰ ਜਦੋਂ ਖੋਲਿਆ ਗਿਆ ਅੰਦਰ ਬ੍ਰਾਹਮਣ ਬੈਠਾ ਹੈਗਾ ਜੀ। ਲਿਆਂਦਾ ਜੀ ਉਹਨੂੰ ਫਿਰ ਬਾਹਰ ਜੀ। ਆ ਭਾਈ ਬਾਹਰ। ਹਾਂਜੀ। ਪ੍ਰਿਥੀਏ ਕੇ ਸਨ ਮੁਖ ਚਪੇ ਦੋ ਚੋਰ ਜਿਹੇ। ਤੇ ਪ੍ਰਿਥੀਏ ਕੇ ਸਨ ਮੁਖ ਚਪੇ ਦੋ ਚੋਰ ਜੇ। ਕਹਿੰਦੇ ਬਾਬੇ ਪ੍ਰਿਥੀਏ ਦੇ ਸਾਹਮਣੇ ਲਿਆ ਕੇ ਬਿਠਾਤਾ ਤੇ ਪਤਾ ਕੀ ਹੋ ਰਿਹਾ, ਜਿਵੇਂ ਦੋਵੇਂ ਚੋਰ ਇੱਕ ਦੂਜੇ ਦੇ ਸਾਹਮਣੇ ਬਹਿ ਜਾਂਦੇ ਆ, ਇੰਝ ਹੋ ਗਿਆ ਜੀ। ਹਾਂਜੀ। ਲੋਚਨ ਕੋ ਜੋਰੇ ਨਹਿ ਬੋਲਿਓ ਮੁਖ ਲੋਰੇ ਨਹਿ। ਦੋਵੇਂ ਇੱਕ ਦੂਜੇ ਨਾਲ ਅੱਖਾਂ ਨਹੀਂ ਫਿਰ ਮਿਲਾਉਂਦੇ ਜੀ। ਕਿਹੜੀ ਅੱਖ ਮਿਲਾਉਣ ਜੀ। ਮਹਾਰਾਜ ਬੈਠੇ ਸੱਚੇ ਪਾਤਸ਼ਾਹ ਤਖਤ ਤੇ, ਦੋਵਾਂ ਨੇ ਅੱਖਾਂ ਨੀਵੀਆਂ ਕੀਤੀਆਂ ਹੋਈਆਂ ਨੇ। ਬੋਲਿਓ ਮੁਖ ਲੋਰੇ ਨਹਿ, ਮੂੰਹੋਂ ਗੱਲ ਨਹੀਂ ਨਿਕਲਦੀ। ਹਾਂਜੀ। ਸ਼ਪਨ ਕੁਟੋਰੇ ਦਾਵ ਪਾਵਤ ਨਾ ਮਿਸ ਕੇ। ਬਾਬਾ ਪ੍ਰਿਥੀਆ ਤੇ ਹੁਣ ਲੁਕਣ ਨੂੰ ਥਾਂ ਲੱਭ ਰਿਹਾ ਤੇ ਥਾਂ ਨਹੀਂ ਲੱਭਣ ਦਈ ਜੀ। ਕਿੱਥੇ ਜਾਵਾਂ। ਹਾਂਜੀ। ਉਗਰਿਓ ਕਪਟ ਜਾਤ ਨਿਘਰਿਓ ਪ੍ਰਿਥੀ ਕੇ ਬੀਚ। ਕਹਿਣ ਲੱਗੇ ਧਰਤੀ ਦੇ ਵਿੱਚ ਨਿਗਰਦਾ ਜਾਂਦਾ ਸੀਗਾ ਬਾਬਾ ਪ੍ਰਿਥੀਆ ਜੀ। ਕਪਟ ਬਾਹਰ ਆ ਗਿਆ ਨਾ ਜੀ ਸਾਰਾ।
ਅਜੇ ਉਹ ਬੋਲਿਆ ਨਹੀਂ ਤੇ ਗਵਾਹ ਸਾਹਮਣੇ ਹੀ ਆਇਆ। ਹਾਂਜੀ। ਮੁਖ ਪੈ ਖੁਟਾਈ ਕੀ ਸ਼ਰਮ ਬਰਖਾਏ ਮੇ। ਤੇ ਸਾਧ ਸੰਗਤ ਜੀ, ਮੁਖ ਪੈ ਖੁਟਾਈ ਕੀ ਸ਼ਰਮ ਬਰਖਾਏ ਮੇ, ਕਹਿੰਦੇ ਆ ਮੂੰਹ ਤੇ ਖੋਟੇ ਪਨ ਦੇ ਨਾਲ ਮੁੜਕਾ ਆ ਗਿਆ, ਪਰਸੀਨੇ ਛੁੱਟ ਗਏ ਜੀ, ਡਰ ਸ਼ੁਰੂ ਹੋ ਗਿਆ ਜੀ। ਡਰਦਾ ਕੌਣ ਹੈ? ਮਹਾਰਾਜ ਬਾਣੀ ਚ ਲਿਖਦੇ, ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਧਰਮੀ ਨੂੰ ਕੋਈ ਡਰ ਨਹੀਂ ਹੈ, ਪਾਪੀ ਨੂੰ ਡਰ ਡਰ ਕੇ ਰਹਿਣਾ ਪੈਂਦਾ ਹੈ ਜੀ। ਬਾਬੇ ਪ੍ਰਿਥੀਏ ਦੇ ਪਰਸੀਨੇ ਛੁੱਟ ਗਏ ਜੀ, ਜਦੋਂ ਬ੍ਰਾਹਮਣ ਆ ਗਿਆ ਨਾ ਸਾਹਮਣੇ ਜੀ, ਛੁੱਟ ਗਏ ਪਰਸੀਨੇ ਜੀ। ਹਾਂਜੀ। ਬੋਲਿਓ ਦਿਜ ਮੂੜ ਕਿਉਂ ਕਰਾਇਓ ਥੋ ਕਪਟ ਗੂੜ। ਉਹ ਵੀ ਫਿਰ ਖੁੱਲ ਕੇ ਬੋਲਿਆ ਜੀ, ਉਹ ਲੁਕਿਆ ਛਿਪਿਆ ਨਹੀਂ ਰਿਹਾ। ਉਹਨੇ ਬਾਬੇ ਪ੍ਰਿਥੀਏ ਦਾ ਨਾਮ ਨਹੀਂ ਲਿਆ ਜੀ। ਹਾਂਜੀ, ਉਹਨੇ ਸਿੱਧਾ ਮੂਰਖ ਤੋਂ ਹੀ ਗੱਲ ਸ਼ੁਰੂ ਕੀਤੀ ਜੀ। ਫਿਰ ਬ੍ਰਾਹਮਣ ਨੇ ਕਹਿੰਦਾ, ਮੂਰਖਾ ਮੇਰੇ ਕੋਲੋਂ ਇੰਨਾ ਵੱਡਾ ਪਾਪ ਕਿਉਂ ਕਰਾਇਆ ਜੀ, ਕਹਿਣ ਲੱਗਿਆ। ਹਾਂਜੀ। ਕੈਸੇ ਗੁਰ ਬੰਸ ਮੈਂ ਜਨਮ ਤੁਮ ਲੀਨਿਓ। ਕਹਿਣ ਲੱਗਾ, ਮੈਨੂੰ ਤੇ ਨਹੀਂ ਪਤਾ ਲੱਗਦਾ ਗੁਰੂ ਰਾਮਦਾਸ ਦੇ ਘਰ ਤੂੰ ਜਨਮ ਕਿਵੇਂ ਲੈ ਲਿਆ। ਕਹਿਣ ਲੱਗੇ, ਮੈਨੂੰ ਤੇ ਨਹੀਂ ਪਤਾ ਲੱਗ ਰਿਹਾ। ਆਪ ਪਾਪ ਕੂਪ ਮੈਂ ਡੁਬਤ ਮੋਕੋ ਸੰਗ ਗਹਿ। ਆਪ ਤੇ ਤੂੰ ਪਾਪ ਦੇ ਖੂਹ ਚ ਡੁੱਬ ਹੀ ਰਿਹਾ ਸਾਂ, ਮੈਨੂੰ ਵੀ ਡੁੱਬ ਦਿੱਤਾ ਨਾਲ ਹੀ। ਈਰਖਾ ਵੀ ਖੂਹ ਹੈ ਨਾ, ਪਾਪ ਵਾਲਾ। ਕਰਾਮਾਤ ਸਾਹਿਬ ਸੋ ਬੈਰ ਵੱਡ ਕੀਨਿਓ। ਮਹਾਰਾਜ ਸਾਹਮਣੇ ਬੈਠੇ, ਉਹਨੇ ਆਖੇ, ਕਹਿੰਦਾ ਏਡੇ ਵੱਡੇ ਪਾਤਸ਼ਾਹ ਆਪ ਰੱਬ ਪਰਮੇਸ਼ਰ, ਤੂੰ ਇਹਨਾਂ ਨਾਲ ਵੈਰ ਕਰ ਰਿਹਾ। ਕਹਿਣ ਲੱਗਾ, ਇਹਨਾਂ ਨਾਲ ਵੈਰ ਕਰ ਰਿਹਾ। ਪਰ ਚੇਤਾ ਰੱਖਿਓ, ਜਿਹਦੇ ਨਾਲ ਈਰਖਾ ਹੁੰਦੀ ਉਹਦੀ ਵੱਡੀ ਵਡਿਆਈ ਵੀ ਬੰਦੇ ਨੂੰ ਨਜ਼ਰ ਨਹੀਂ ਤੇ ਆਉਂਦੀ ਜੀ। ਉਦੋਂ ਤੇ ਖਾਨਾ ਖੁੱਲਿਆ ਹੁੰਦਾ। ਬਾਬੇ ਬਰਿਆਰਾਂ ਵਾਲੇ ਮਹਾਂਪੁਰਖ ਕਹਿੰਦੇ ਖਾਨਾ ਖੁੱਲਿਆ ਹੁੰਦਾ ਜੀ ਉਦੋਂ। ਉਦੋਂ ਫਿਰ ਕਿੱਥੋਂ ਨਜ਼ਰ ਆਉਂਦਾ ਜੀ ਕੁਛ ਜੀ। ਹਾਂਜੀ। ਕਿਮ ਨਿਭੋਗੇ ਦੋ ਲੋਕ ਸੁਖ ਖੋਗੇ। ਉਹ ਕਹਿਣ ਲੱਗਾ, ਕਿਵੇਂ ਤੇਰਾ ਗੁਜ਼ਾਰਾ ਹੋਏਗਾ, ਤੂੰ ਤੇ ਦੋਵੇਂ ਲੋਕ ਹੀ ਗਵਾ ਬੈਠਾ ਆਪਣੇ। ਹਾਂਜੀ। ਸਭ ਨਿੰਦਾ ਜੁਤ ਹੋਗੇ ਦੁੱਖ ਭੋਗੋਗੇ ਮਲੀਨਿਓ। ਕਹਿਣ ਲੱਗਾ, ਬਾਬੇ ਪ੍ਰਿਥੀਏ ਤੂੰ ਮਲੀਨ ਇੱਛਾ ਵਾਲਾ, ਦੁੱਖ ਭੋਗੇਗਾ। ਹਾਂਜੀ। ਮੁਕਰਤ ਕੈਸੇ ਮੋਸੋ ਕਹਿਓ ਰਾਤ ਜੈਸੇ। ਕਹਿਣ ਲੱਗਾ, ਮੁਕਰੀ ਨਾ ਹੁਣ, ਸਿੱਧੀ ਸਿੱਧੀ ਗੱਲ ਦੱਸ, ਮੈਨੂੰ ਰਾਤ ਨੂੰ ਕੀ ਆਖਿਆ ਸੀਗਾ। ਅਜੇ ਕੱਲ ਰਾਤ ਦੀ ਤੇ ਗੱਲ ਹੈ। ਕਹਿਣ ਲੱਗਾ, ਹਾਂਜੀ। ਅਬ ਸਭਨ ਮੈਂ ਤੈਸੇ ਕਹੋ ਪਾਪ ਮੈਂ ਪ੍ਰਬੀਨਿਓ। ਅਬ ਸਭਨ ਮੈਂ ਤੈਸੇ ਕਹੋ, ਹੁਣ ਸਾਰਿਆਂ ਵਿੱਚ ਉਹ ਗੱਲ ਕਹਿ, ਪਾਪ ਮੈਂ ਪ੍ਰਬੀਨਿਓ। ਜਿਹੜੀ ਪਾਪ ਭਰੀ ਗੱਲ ਰਾਤ ਮੈਨੂੰ ਆਖੀ, ਹੁਣ ਸਭ ਨੂੰ ਦੱਸ। ਕਹਿਣ ਲੱਗਾ, ਬਾਬੇ ਪ੍ਰਿਥੀਏ ਨੇ ਸੋਚਿਆ ਸੀਗਾ, ਮੈਂ ਬਹੁਤ ਚਲਾਕ ਹਾਂ, ਕੰਮ ਹੋ ਹੀ ਨਹੀਂ ਸਕਦਾ ਇੰਝ। ਇਹ ਨਹੀਂ ਪਤਾ ਵੀ ਰੱਬ ਬਹੁਤ ਅੱਗੇ ਹੈ ਜੀ। ਪਰਮੇਸ਼ਰ ਦੀ ਖੇਡ ਬੜੀ ਵੱਡੀ ਹੈ। ਹਾਂਜੀ। ਸੁਨ ਕੈ ਕੁਟਲ ਸੁਨ ਕੈ ਕੁਟਲ ਵੱਡੋ ਕਪਟ ਨਾ ਮਾਨੈ। ਪਰ ਬਾਬਾ ਪ੍ਰਿਥੀਆ ਵੀ ਬੜੀ ਅੱਗੇ ਦੀ ਗੱਲ ਹੈ। ਆਖੋ ਵਾਹਿਗੁਰੂ। ਉਹ ਮੰਨੇ ਹੀ ਨਾ ਜੀ, ਮੰਨੇ ਹੀ ਨਾ ਜੀ ਗੱਲ ਨੂੰ। ਹਾਂਜੀ। ਪੁੰਨ ਲੋਚਨ ਨਾ ਲੀਚ ਕਰੇ ਬੋਲਤ ਕਠੋਰ ਬੈਨ। ਕਹਿਣ ਲੱਗੇ, ਆਪਣੀਆਂ ਅੱਖਾਂ ਵੀ ਨੀਵੀਆਂ ਨਹੀਂ ਸੀ ਹੁਣ ਕਰਦਾ। ਪਹਿਲਾਂ ਤੇ ਨੀਵੀਆਂ ਸੀ ਨਾ, ਜਦੋਂ ਬੰਦਾ ਮੁਕਰਨ ਲੱਗਦਾ ਫਿਰ ਅੱਖਾਂ ਚ ਅੱਖਾਂ ਪਾਉਂਦਾ। ਕਹਿਣ ਲੱਗਾ, ਇਹ ਤੂੰ ਕੀ ਬੋਲ ਰਿਹਾ। ਹਾਂਜੀ। ਕਹਾਂ ਭਇਓ ਦਿਜ ਕੋ ਸਿਖਾਏ ਕੇ ਕਹਾਇਓ ਕੂਰ। ਕਿੱਥੇ ਮੈਂ ਤੈਨੂੰ ਮਿਲਿਆ, ਕਿੱਥੇ ਮੈਂ ਤੈਨੂੰ ਝੂਠ ਬੋਲਣ ਲਈ ਆਖਿਆ। ਉਪਾਲੰਭ ਦੇਤ ਤਪਤਾਵੇ ਮਨ ਮੋਹੇ ਭੈਨ। ਐਵੇਂ ਨਾ। ਕਹਿਣ ਲੱਗਾ, ਗੁਰੂ ਸਾਹਿਬ ਨੂੰ ਵੀ ਕਹਿਣ ਲੱਗਾ, ਕਹਿਣ ਲੱਗਾ, ਤੁਸੀਂ ਇਹਨੂੰ ਸਿਖਾ ਕੇ ਤੇ ਮੇਰੇ ਤੇ ਲਾਮੇ ਲਾ ਰਹੇ ਹੋ, ਮੇਰੇ ਤੇ ਇਲਜ਼ਾਮ ਲਾ ਰਹੇ ਜੇ, ਉਲਾਮਾ ਲਾ ਰਹੇ ਜੇ ਮੇਰੇ ਤੇ। ਹਾਂਜੀ। ਨਿੰਦਾ ਕੋ ਬਿਥਾਰੇ ਜਗ ਲੋਕਨ ਮੈਂ ਬਨੇ ਠੱਗ। ਤੇ ਫਿਰ ਇਹ ਗੁਰੂ ਸਾਹਿਬ ਨੂੰ ਕਹਿਣ ਲੱਗਾ, ਕਹਿਣ ਲੱਗਾ, ਤੁਸੀਂ ਲੋਕਾਂ 'ਚ ਮੇਰੀ ਨਿੰਦਿਆ ਕਰਾਉਣੀ ਚਾਹੁੰਦੇ ਹੋ। ਉਹ ਮਹਾਰਾਜ ਤੇ ਸਤਿਕਾਰ ਹੀ ਬੜਾ ਕਰਦੇ ਜੀ ਗੁਰੂ ਅਰਜਨ ਸਾਹਿਬ। ਅੱਜ ਵੀ ਜਦੋਂ ਆਏ ਆ, ਅੱਜ ਵੀ ਮਹਾਰਾਜ ਨੇ ਉੱਠ ਕੇ ਨਮਸਕਾਰ ਕੀਤੀ ਹੈ। ਗੁਰੂ ਸਾਹਿਬ ਮਹਾਰਾਜ ਦੇ ਮਨ 'ਚ ਤੇ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਜੀ। ਹਾਂਜੀ। ਆਪ ਕੋ ਪਜਾਵੇਂ ਅਗ ਪਾਸ ਤੇ ਦਰਬ ਲੈ। ਕਹਿੰਦਾ, ਤੁਸੀਂ ਆਪਣੀ ਪੂਜਾ ਕਰਾਉਣਾ ਚਾਹੁੰਦੇ ਜੇ, ਮੇਰੀ ਤੁਸੀਂ ਅਪਜਸ ਕਰਾਉਣਾ ਚਾਹੁੰਦੇ ਜੇ ਮੇਰਾ।
ਹਾਂਜੀ ਕਰੈ ਉਤਪਾਤ ਮੈਂ ਨਾ ਡਰੋ ਇਨ ਬਾਤਨ ਤੇ ਹਾਂਜੀ। ਘਾਤ ਬਿਨ ਨਾਵੇ ਸਰਰੇਨ ਕੋ ਸੁਨਾਏ ਕਹਿੰਦਾ ਮੈਂ ਨਹੀਂ ਮੰਨਦਾ ਕਿਸੇ ਗੱਲ ਨੂੰ ਵੀ, ਮੈਂ ਨਹੀਂ ਕਿਸੇ ਨੂੰ ਕੁਝ ਕਿਹਾ। ਉਹ ਮੁੱਕਰ ਗਿਆ ਨਾ ਜੀ, ਤੇ ਮੁੱਕਰੇ ਦਾ ਕੋਈ ਇਲਾਜ ਨਹੀਂ ਹੈਗਾ। ਆਖੋ ਵਾਹਿਗੁਰੂ। ਜਿਹੜਾ ਬੰਦਾ ਮੁੱਕਰ ਹੀ ਜਾਵੇ, ਕਈਆਂ ਦਾ ਸੁਭਾਅ ਹੁੰਦਾ ਮੁੱਕਰ ਹੀ ਜਾਂਦੇ ਆ ਜੀ, ਤੇ ਮੁੱਕਰਿਆ ਉਹਦਾ ਕੋਈ ਇਲਾਜ ਨਹੀਂ ਹੈਗਾ ਜੀ। ਜਿਨ੍ਹਾਂ ਨੇ ਰੱਟ ਲਾਈ ਹੁੰਦੀ ਵੀ ਮੈਂ ਨਹੀਂ ਮੰਨਣਾ ਜੀ। ਉਹ ਇੱਕ ਬੰਦਾ ਸਾਧ ਸੰਗਤ ਜੀ ਘਰ ਮਾਂ ਕੋਲ ਆਇਆ, ਕਹਿਣ ਲੱਗਾ ਮਾਂ ਕੱਲ ਅਸੀਂ ਅਮੀਰ ਹੋ ਜਾਣਾ। ਕਹਿੰਦੀ ਕਿਉਂ? ਕਹਿੰਦਾ ਮੈਂ ਸ਼ਰਤ ਲਾ ਕੇ ਆਇਆ ਮੋਟੀ। ਕਹਿੰਦੀ ਕਾਹਦੀ ਸ਼ਰਤ? ਕਹਿੰਦਾ ਮੈਂ ਕਹਿ ਕੇ ਆਇਆ ਵੀ ਸਹਿ ਦੀਆਂ 3 ਲੱਤਾਂ ਹੁੰਦੀਆਂ ਨੇ। ਕਹਿੰਦੀ ਪੁੱਤ ਕੱਲ ਤੂੰ ਜਿਹੜੇ ਥੋੜ੍ਹੇ ਬਹੁਤੇ ਪੈਸੇ ਉਹ ਵੀ ਗਵਾ ਦੇਣੇ, ਸ਼ਰਤ ਤੂੰ ਹਾਰ ਜਾਣੀ, ਕਿਉਂ ਸਹਿ ਦੀਆਂ 4 ਹੁੰਦੀਆਂ ਨੇ। ਕਹਿੰਦਾ ਨਹੀਂ ਨਹੀਂ 3 ਹੀ ਹੁੰਦੀਆਂ ਨੇ। ਉਹਦੇ ਪੁੱਤ ਨੇ ਆਪਣੇ ਕੈਤੇ ਚੋਂ ਫੋਟੋ ਕੱਢ ਕੇ ਵਿਖਾਈ ਵੀ ਆਹ ਵੇਖੋ 4। ਕਹਿੰਦਾ ਮੈਂ ਸ਼ਰਤ ਉਦੋਂ ਹਾਰੂ ਜਦੋਂ ਮੈਂ ਮੰਨੂਗਾ। ਮੈਂ ਮੰਨਣਾ ਹੀ ਨਹੀਂ ਕਹਿਣ ਲੱਗਾ, ਪਰ ਮੰਨੇ ਭਾਵੇਂ ਨਾ, ਲੋਕਾਂ ਮੂਰਖ ਦੀ ਉਪਾਧੀ ਦੇ ਦੇਣੀ ਜੀ ਇਹਨੂੰ ਜੀ। ਬਾਬਾ ਪ੍ਰੀਤੀਆ ਮੁੱਕਰ ਹੀ ਗਿਆ, ਕਹਿਣ ਲੱਗਾ ਮੈਂ ਤਾਂ ਕਿਹਾ ਹੀ ਨਹੀਂ ਕਿਸੇ ਨੂੰ। ਜਾਨ ਵੱਡੋ ਢੀਠ ਅਵਲੋਕ ਹੈ ਨਿਠੁਰ ਢੀਠ। ਮਹਾਰਾਜ ਨੇ ਵਿਚਾਰਿਆ ਵੀ ਹੈ ਤੇ ਸਾਡਾ ਵੱਡਾ ਭਰਾ, ਪਰ ਹੈ ਪੱਕਾ ਢੀਠ ਹੈ। ਕਹਿਣ ਲੱਗੇ ਮਹਾਰਾਜ ਨੇ ਵਿਚਾਰਿਆ ਜੀ। ਪਾਪੀਆਂ ਕੋ ਮੀਠ ਹੈ ਵਿਚਾਰਿਓ ਗੁਰੂ ਅਰਜਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਵਿਚਾਰ ਕੀਤੀ ਹੈ, ਵੱਡਾ ਕਠੋਰ ਹੈ, ਇਹਨੂੰ ਪਾਪ ਹੀ ਚੰਗਾ ਲੱਗਦਾ ਹੈ, ਇਹਨੂੰ ਪਾਪ ਹੀ ਚੰਗਾ ਲੱਗਦਾ ਹੈ। ਪਾਪ ਬੁਰਾ ਪਾਪੀ ਕੋ ਪਿਆਰਾ। ਹਾਂਜੀ। ਔਗਨ ਕਰਤ ਨਹੀਂ ਲਾਜ ਕੋ ਤਰਤ। ਹਾਂਜੀ। ਪੁਨ ਬਖਤ ਕਠੋਰ ਬਨੇ ਬਾਤਨ ਮੈਂ ਸੁਰਜਨ। ਇਹ ਔਗਣ ਕਰਤ ਨਹੀਂ ਲਾਜ ਕੋ ਧਰਤ। ਔਗੁਣ ਕਰਦਾ, ਸੰਗ ਸ਼ਰਮ ਨਹੀਂ ਕਰਦਾ। ਪੁਨ ਬਖਤ ਕਠੋਰ ਬਨੇ ਬਾਤਨ ਮੈਂ ਸੁਰਜਨ। ਉਤੋਂ ਗੱਲਾਂ 'ਚ ਦੇਵਤਾ ਹੀ ਬਣਿਆ ਹੈ। ਕਹਿਣ ਲੱਗੇ ਇਹ ਅੱਜ ਵੀ ਬੰਦੇ ਦਾ ਰੂਪ ਹੁੰਦਾ ਜੀ। ਹਾਂਜੀ। ਆਨਨ ਮੈਂ ਭਨੇ ਦੇ ਜ਼ਮਾਨਤ ਨਾ ਕਰੇ ਜਿਵ। ਸਾਹਮਣੇ ਉਹ ਬ੍ਰਾਹਮਣ ਕਹਿ ਰਿਹਾ ਵੀ ਤੂੰ ਰਾਤੀ ਮੈਨੂੰ ਪ੍ਰੇਰਿਆ ਸੀ। ਇਹ ਸਾਰਿਆਂ 'ਚ ਮੁੱਕਰ ਹੀ ਗਿਆ ਜੀ ਬਾਬਾ ਪ੍ਰੀਤੀਆ। ਹਾਂਜੀ। ਉਲਟੋ ਸੋ ਕ੍ਰੋਧ ਹੋਤ ਦੁਰਮਤ ਦੁਰਜਨ। ਉਲਟਾ ਮਹਾਰਾਜ ਦਾ ਹੀ ਕਸੂਰ ਕੱਢ ਰਿਹਾ ਜੀ, ਮਹਾਰਾਜ ਦਾ ਕਸੂਰ ਕੱਢ ਰਿਹਾ ਜੀ। ਹਾਂਜੀ। ਜਾਂ ਤੈ ਹਿਤ ਪਾਪ ਧਰੈ ਔਗਨ ਅਨੇਕ ਕਰੈ। ਇਸ ਕਰਕੇ ਮਹਾਰਾਜ ਨੇ ਵਿਚਾਰ ਕੀਤੀ ਵੀ ਬਾਬੇ ਪ੍ਰਿਥੀਏ ਦਾ ਧਿਆਨ ਹੀ ਪਾਪਾਂ ਵਿੱਚ ਲੱਗ ਗਿਆ, ਗਲਤ ਕੰਮਾਂ 'ਚ ਲੱਗ ਗਿਆ। ਚੇਤਾ ਰੱਖੋ ਬੰਦੇ ਦੀ ਸੁਰਤ ਹੈ ਜਿਹੜੇ ਪਾਸੇ ਤੁਰ ਪਵੇ ਜੀ। ਧਿਆਨ ਹੈ ਜੀ। ਇਹੋ ਜਿਹੇ ਚੰਗੇ ਪਾਸੇ ਲੱਗਦੇ ਤੇ ਇਹੋ ਜਿਹੇ ਬੰਦੇ ਚੰਗੇ ਪਾਸੇ ਵਾਲੀ ਵੀ ਹੱਦ ਕਰ ਦਿੰਦੇ ਜੀ। ਪਰ ਜੀਵ ਦੇ ਆਪਣੇ ਵੱਸ ਕੁਛ ਨਹੀਂ ਹੈਗਾ ਜੀ। ਆਪਣੇ ਵੱਸ ਹੋਵੇ ਤੇ ਬੁਰਾ ਹੀ ਕੋਈ ਨਾ ਹੋਵੇ ਸਾਧ ਸੰਗਤ ਦੀ। ਹਾਂਜੀ। ਸੋ ਤੋ ਨਹੀਂ ਪਾਵੇ ਦਈ ਗੁਰਤਾ ਜੋ ਗੁਰ ਜਨ। ਮਹਾਰਾਜ ਕਹਿੰਦੇ ਇਸੇ ਕਰਕੇ ਤੈਨੇ ਗੁਰਤਾ ਦੀ ਪਦਵੀ ਨਹੀਂ ਪ੍ਰਾਪਤ ਕੀਤੀ। ਕਹਿਣ ਲੱਗੇ ਬਾਬਾ ਪ੍ਰੀਤੀਆ ਜੀ ਬਹੁਤ ਕੁਝ ਕਹਿੰਦੇ ਆ ਜੀ, ਬਹੁਤ ਕੁਝ ਕਹਿੰਦੇ, ਬੜਾ ਲੜਦੇ ਝਗੜਦੇ ਆ। ਮਹਾਰਾਜ ਨੇ ਨਿਮਰਤਾ ਦਾ ਪੱਲਾ ਨਹੀਂ ਛੱਡਿਆ ਜੀ। ਸਿੱਖ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਆਪ ਇੰਨੀ ਨਿਮਰਤਾ ਰੱਖਦੇ ਹੋ। ਮਹਾਰਾਜ ਕਹਿੰਦੇ ਹਾਂ ਨਿਮਰਤਾ ਹੀ ਸਾਡਾ ਸ਼ਸਤਰ ਹੈ। ਕਹਿਣ ਲੱਗੇ ਗਰੀਬੀ ਗਦਾ ਹਮਾਰੀ ਖੰਨਾ ਰੇਣ ਸਗਲ ਛਾਰੀ। ਇਸ ਆਗੇ ਕੋ ਨਾ ਟਿਕੈ ਵਿਕਾਰੀ। ਮਹਾਰਾਜ ਕਹਿੰਦੇ ਨਿਮਰਤਾ ਹੀ ਸਾਡਾ ਸ਼ਸਤਰ ਹੈ। ਪਰ ਅਸੀਂ ਕਹਾਂਗੇ ਬਾਬਾ ਪ੍ਰੀਤੀਆ ਤੇ ਅੜਿਆ ਹੋਇਆ। ਉਹਨਾਂ ਦੇ ਅੜੇ ਨਾਲ ਕੀ ਹੋਣਾ? ਸਾਰੀ ਦੁਨੀਆ ਤੇ ਗੁਰੂ ਅਰਜਨ ਸਾਹਿਬ ਜੀ ਦੀ ਜੈ ਜੈਕਾਰ ਕਰਦੀ ਨਾ। ਕਮਾਲ ਦੀ ਗੱਲ ਹੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਵੱਡਾ ਪੁੱਤਰ ਜੀ। ਕਿਸੇ ਸਮੇਂ ਗੁਰੂ ਰਾਮਦਾਸ ਜੀ ਦੇ ਸਮੇਂ ਲੰਗਰ ਦਾ ਬੜਾ ਵੱਡਾ ਪ੍ਰਬੰਧਕ ਜੀ। ਆਪਣੇ ਵੱਲੋਂ ਜਪ ਤਪ ਵੀ ਕਰਦਾ ਹੈ ਜੀ, ਗੱਦੀ ਵੀ ਲਾਉਂਦਾ ਹੈ, ਕੁਝ ਇਹਦੇ ਚੇਲੇ ਵੀ ਬਣੇ ਹੋਏ ਆ ਜੀ। ਹਾਂਜੀ। ਪਰ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਬਾਬੇ ਪ੍ਰੀਤੀਆ ਦੀ ਯਾਦਗਾਰ ਬਣੀ ਵਿਖਾ ਦਿਓ ਜੀ। ਗੁਰੂ ਰਾਮਦਾਸ ਸਾਹਿਬ ਜੀ ਦੀ ਕੁੱਲ 'ਚ ਧੰਨ ਧੰਨ ਬਾਬਾ ਅਟਲ ਰਾਏ ਸਾਹਿਬ ਹੋਏ ਜੀ।
ਹਾਂਜੀ, ਮਹਾਰਾਜ ਦੇ ਪੜਪੋਤਰੇ ਜੀ, ਕਿੰਨਾ ਉੱਚਾ ਮੰਦਿਰ ਜੀ ਉਹਨਾਂ ਦਾ ਜੀ। ਉਹਨਾਂ ਦਾ ਜਸ ਤਾਂ ਹੈਗਾ ਜੀ, ਉਹਨਾਂ ਦੀ ਯਾਦਗਾਰ ਤੇ ਲੱਭ ਜੂਗੀ ਪੜਪੋਤਰੇ ਦੀ, ਪਰ ਪੁੱਤਰ ਦੀ ਨਹੀਂ ਹੈਗੀ ਜੀ, ਪੁੱਤਰ ਦੀ ਨਹੀਂ ਹੈਗੀ। ਕਿਉਂ? ਜੀਵ ਦੇ ਆਪਣੇ ਵੱਸ ਕੁਝ ਨਹੀਂ। ਇਸੇ ਕਰਕੇ ਮਹਾਰਾਜ ਸਾਨੂੰ ਬਾਣੀ 'ਚ ਸਮਝਾਉਂਦੇ ਆ, ਸਿੱਖਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਿਆ ਕਰ ਬਾਰ ਬਾਰ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਉਹ ਬੁੱਧੀ ਦਿਓ ਜਿਸ ਬੁੱਧੀ ਵਿੱਚ ਮਹਾਰਾਜ ਤੁਹਾਡਾ ਚੇਤਾ ਖਿਆਲ ਕਦੀ ਵਿਸਰੇ ਨਾ, ਭੁੱਲੇ ਨਾ। ਮੈਨੂੰ ਉਹ ਮੱਤ ਦਿਓ ਜਿਹੜੀ ਮੱਤ ਤੁਹਾਡਾ ਹੀ ਧਿਆਨ ਧਰੇ। ਸਾ ਮੱਤ ਦੀਜੈ ਜਿਤ ਤੁਧ ਧਿਆਈ, ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ। ਮਹਾਰਾਜ ਕਹਿੰਦੇ ਮੈਨੂੰ ਉਹ ਦਿਓ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾ। ਸਾ ਮਤ ਦੀਜੈ ਜਿਤ ਵਿਸਰਹਿ ਨਾਹੀ, ਸਾ ਬੁੱਧ ਦੀਜੈ ਜਿਤ ਤੁਧ ਧਿਆਈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਮਤ ਦੇਣ ਜਿਹਦੇ ਵਿੱਚੋਂ ਕਦੀ ਵੀ ਗੁਰੂ ਸਾਹਿਬ ਭੁੱਲਣ ਨਾ ਜੀ। ਇਹ ਮਹਾਰਾਜ ਸਾਨੂੰ ਅਰਦਾਸਾਂ ਕਰਨ ਦਾ ਤਰੀਕਾ ਦੱਸਦੇ, ਸਿੱਖਾ ਇੰਝ ਅਰਦਾਸ ਕਰਿਆ ਕਰ। ਜੇ ਤੇਰਾ ਮਨ ਨਹੀਂ ਨਾ ਲੱਗਦਾ ਬਾਣੀ ਪੜ੍ਹਨ 'ਚ, ਮਹਾਰਾਜ ਅੱਗੇ ਅਰਦਾਸ ਕਰਿਆ ਕਰ, ਹੋ ਦਿਆਲ ਮੇਰਾ ਮਨ ਲਾਵੋ। ਬਾਣੀ ਦੀ ਪੰਗਤੀ, ਮਹਾਰਾਜ ਮੇਰੇ ਤੇ ਦਿਆਲੂ ਹੋ, ਮੇਰਾ ਮਨ ਭਜਨ ਵਿੱਚ ਲਾ ਦਿਓ। ਅੱਛਾ, ਖੇਡ ਮਹਾਰਾਜ ਇਹ ਸਾਰਾ ਕੁਝ ਸਾਡੇ ਲਈ ਦੱਸਣ ਦਾ ਵੀ ਇਹੋ ਜਿਹਾ ਸਮਾਂ ਬਣ ਸਕਦਾ ਹੈ। ਨਿਮਰਤਾ ਦਾ ਤੇ ਪਰਮੇਸ਼ਰ ਦੇ ਭਜਨ ਦਾ ਸਾਥ ਨਾ ਛੱਡਿਓ, ਪੱਲਾ ਨਾ ਛੱਡਿਓ। ਮੈਂ ਉਦਣ ਵੀ ਅੱਗੇ ਬੇਨਤੀ ਕੀਤੀ, ਇੱਕ ਮਹਾਰਾਜ ਦ੍ਰਿਸ਼ਟੀ ਨਾਲ ਵੇਖ ਦੇਣ ਨਾ ਬਾਬੇ ਪ੍ਰਿਥੀਆ ਦੀ ਗੱਲ। ਆਖੋ ਵਾਹਿਗੁਰੂ ਵਾਹਿਗੁਰੂ। ਸ੍ਰੀ ਗੁਰੂ ਅਰਜਨ ਸਾਹਿਬ ਬਾਬਾ ਪ੍ਰਿਥੀਆ ਜੀ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਵੇਖ ਦੇਣ, ਉਸੇ ਵੇਲੇ ਮਨ ਸਾਫ਼ ਕਰ ਦੇਣ ਸਾਰਾ, ਉਸੇ ਵੇਲੇ ਜੀ। ਪਰ ਇਹ ਪ੍ਰਮਾਣ ਹੈ, ਉਦਾਹਰਣਾ ਮਹਾਰਾਜ ਜਗਤ ਅੱਗੇ ਰੱਖੀਆਂ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ। ਆਓ ਸਾਰੇ ਪਿਆਰ ਨਾਲ ਗੁਰਮੰਤਰ ਦਾ ਜਾਪ ਕਰੀਏ। ਜੀਭ ਤੋਂ ਜਪਣਾ ਹੈ, ਕੰਨਾਂ ਤੋਂ ਸੁਣਨਾ ਹੈ, ਨਾਮ ਨੇ ਹੀ ਠੰਡ ਵਰਤਾਉਣੀ ਹੈ। ਪ੍ਰੇਮ ਨਾਲ ਸਾਰੇ ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।